तेग बहादुर सिमरिए करना निज आवे तारे। तेग बहादुर सिमरिए करना निज आवे तारे। सब थाई रोए सगाए, सब थाई रोए सगाए। कोई जी सर तेग बहादुर करना निज आवे तारे। तेग बहादुर सिमरिए करना निज आवे तारे। सर स्टूडेंट्स अजे ज्वाइन कर रहे हैं, आप 5 मिनट वेट कर लिए या शुरू कर दीजिए सर? सर वेट करिए या शुरू कर दिए? शुरू कर लो, कोई ना, डॉक्टर साहब भी आ गए। ठीक है सर। बल हुआ बंधन छुटै सब किछ होत उपाए, नानक सब किछ तुमरे हाथ में तुम ही होत सहाय। तेग दे धनी त्याग दी मूरत गुरु तेग बहादुर साहिब जी दे नाल संबंधित जिस वेले असी गुर इतिहास ਨੂੰ ਪੜ੍ਹਦੇ ਹਾਂ ਤਾਂ ਸਹਿਜੇ ਹੀ ਮਹਿਸੂਸ ਹੁੰਦਾ ਹੈ ਕਿ ਆਪ ਜੀ ਵੀ ਗੁਰੂ ਨਾਨਕ ਦੇਵ ਜੀ ਦੇ ਵਾਂਗ ਫਕੀਰੀ ਦੇ ਰੰਗ ਵਿੱਚ ਰੰਗੇ ਹੋਏ ਸਨ ਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਯਾਤਰਾਵਾਂ ਕਰਦਿਆਂ ਹੋਇਆਂ ਜਗਤ ਜਲੰਦੇ ਨੂੰ ਠਾਰਨ ਦੀ ਜਿਹੜੀ ਰੀਤ ਚਲਾਈ ਸੀ ਉਸ ਨੂੰ ਬਾਦਸਤੂਰ ਕਾਇਮ ਰੱਖਦਿਆਂ ਹੋਇਆਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਥਾਂ ਪਰ ਥਾਂ ਯਾਤਰਾਵਾਂ ਕੀਤੀਆਂ, ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਕੀਤਾ। ਬਲੀਦਾਨ ਦੇ ਮੁਜੱਸਮੇ ਅਤੇ ਉਸ ਸਮੇਂ ਦੀ ਜਨਤਾ ਨੂੰ ਨਿਰਭੈਤਾ ਤੇ ਨਿਰਵੈਰਤਾ ਨਾਲ ਮੌਤ ਦਾ ਸਾਹਮਣਾ ਕਰਕੇ ਡਰੇ ਤੇ ਦੱਬੇ ਕੁਚਲੇ ਲੋਕਾਂ ਦੀਆਂ ਅੱਖਾਂ ਸਾਹਮਣੇ ਬਲੀਦਾਨ ਦੇ ਮੁਜੱਸਮੇ ਮੇਰੇ ਪਾਤਸ਼ਾਹ ਦਾ ਇੱਕ ਹੀ ਨਿਸ਼ਾਨਾ ਸੀ ਕਿ ਉਹ ਨਿਡਰਤਾ ਦੇ ਨਾਲ ਮੌਤ ਦਾ ਇੱਕ ਅਜਿਹਾ ਦ੍ਰਿਸ਼ ਖੜਾ ਕਰਨਾ ਚਾਹੁੰਦੇ ਸਨ ਜਨਤਾ ਦੇ ਸਾਹਮਣੇ ਕਿ ਜਨਤਾ ਜਿਹੜੀ ਦੱਬੀ ਕੁਚਲੀ ਤੇ ਡਰੀ ਹੋਈ ਸੀ ਉਹ ਵੀ ਮੌਤ ਦੇ ਨਾਲ ਖੇਡਣ ਦੀ ਜਾਚ ਸਿੱਖ ਜਾਵੇ ਤਾਂ ਕਿ ਜ਼ੁਲਮ ਤੇ ਜ਼ਾਲਮ ਦੀ ਤਲਵਾਰ ਖੁੰਡੀ ਹੋ ਸਕੇ। ਦੁਖੀ ਲੋਕਾਂ ਦੀ ਖਾਤਰ ਆਪਣੇ ਆਪ ਨੂੰ ਜ਼ੁਲਮੀ ਹਕੂਮਤ ਦੇ ਸਾਹਮਣੇ ਵੰਗਾਰ ਕੇ ਮੌਤ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਕੋਈ ਸਧਾਰਨ ਗੱਲ ਨਹੀਂ ਸੀ, ਪਰ ਗੁਰੂ ਸਾਹਿਬ ਦੁਆਰਾ ਹੱਕ ਸੱਚ ਦੀ ਖਾਤਰ
ਮਜ਼ਲੂਮਾਂ ਲਈ ਕੁਰਬਾਨੀ ਦੇਣ ਵਾਲੀ ਆਪ ਦੀ ਇਸ ਅਲੌਕਿਕ ਖੇਡ ਨੇ ਲੋਕਾਂ ਨੂੰ ਨਿਡਰਤਾ ਤੇ ਤਿਆਗ ਦਾ ਪਾਠ ਪੜ੍ਹਾਇਆ। ਇੰਨੇ ਮਹਾਨ ਗੁਣਾਂ ਦੇ ਧਾਰਨੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦੇ ਅਧੀਨ ਕਾਲਜ ਦੇ OSD ਸਰ ਪ੍ਰੋਫੈਸਰ ਕਮਲੇਸ਼ ਸਿੰਘ ਦੁੱਗਲ ਜੀ ਦੀ ਅਗਵਾਈ ਵਿੱਚ ਪਹਿਲਾਂ ਸਾਡੇ ਕਾਲਜ ਦੇ ਵਿੱਚ 2 ਅਪ੍ਰੈਲ ਨੂੰ ਇੱਕ ਆਨਲਾਈਨ ਕੁਇਜ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਭਾਰੀ ਮਾਤਰਾ ਵਿੱਚ ਵਿਦਿਆਰਥੀਆਂ ਨੇ ਹਿੱਸਾ ਲਿਆ। ਫਿਰ 4 ਅਪ੍ਰੈਲ ਨੂੰ ਇੱਕ ਡੈਕਲਾਮੇਸ਼ਨ ਕੰਟੈਸਟ ਕਰਵਾਇਆ ਗਿਆ, ਜਿਸ ਵਿੱਚ ਲੋਕਾਂ ਨੇ, ਬੱਚਿਆਂ ਨੇ ਬਹੁਤ ਸਾਰਾ ਉਤਸ਼ਾਹ ਦਿਖਾਇਆ। ਪ੍ਰੋਗਰਾਮਾਂ ਦੀ ਇਸੇ ਹੀ ਲੜੀ ਦੇ ਅਧੀਨ ਸਾਡੇ ਕਾਲਜ ਦੇ ਵਿੱਚ ਅੱਜ ਇੱਕ ਰਾਜ ਪੱਧਰੀ ਵੈਬੀਨਾਰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਅੱਜ ਸਾਡੇ ਨਾਲ ਉਚੇਚੇ ਤੌਰ ਤੇ ਜੁੜ ਬੈਠੇ ਹਨ ਡਾਕਟਰ ਹਰਮੋਹਿੰਦਰ ਸਿੰਘ ਜੀ ਬੇਦੀ, ਚਾਂਸਲਰ ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼। ਵੈਬੀਨਾਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਡਾਕਟਰ ਕਮਲੇਸ਼ ਸਿੰਘ ਦੁੱਗਲ ਜੀ ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਉਹ ਸਾਡੇ ਅੱਜ ਦੇ ਮਹਿਮਾਨ ਨੂੰ ਜੀ ਆਇਆਂ ਕਹਿਣ। ਡਾਕਟਰ ਕਮਲੇਸ਼ ਸਿੰਘ ਦੁੱਗਲ ਜੀ। ਮੈਂ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪੂਰਬ ਉਤਸਵ ਮੌਕੇ ਜਿਹੜਾ ਹੈਗਾ ਔਰ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦੇਣਾ ਚਾਹੁੰਦਾ ਇਸ ਗੱਲ ਦੀ ਕਿ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਕੁਰਬਾਨੀ ਸੀ ਉਹਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ। ਮੈਨੂੰ ਯਾਦ ਆ 1975 ਦੇ ਵਿੱਚ ਜਦੋਂ ਗੁਰੂ ਤੇਗ ਬਹਾਦਰ ਜੀ ਦਾ 300 ਸਾਲਾ ਉਸ ਤੇਗ ਬਹਾਦਰ ਜੀ ਤੇ ਇਹ ਕਿਤਾਬ ਲਾਂਚ ਕੀਤੀ ਸੀ, ਜਿਹਦੇ ਵਿੱਚ ਡਾਕਟਰ ਸਾਡੇ ਜਿਹੜੇ ਅੱਜ ਸਾਡੇ ਚਾਂਸਲਰ ਸਾਹਿਬ ਨੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਸੀ। ਮੈਂ ਇਸ ਮੌਕੇ ਦੇ ਉੱਪਰ ਸਾਡੇ ਸਾਰੇ ਵਿਦਿਆਰਥੀਆਂ ਨੂੰ ਸਭ ਨੂੰ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ। ਤੇ ਜਿਵੇਂ ਕਿ ਪ੍ਰੋਫੈਸਰ ਸਿਮਰਨ ਨੇ ਦੱਸਿਆ ਵੀ ਅਸੀਂ ਜਿਹੜਾ ਹੈਗਾ ਇਹ ਇੱਕ ਲੜੀ ਚਲਾਈ ਸੀ 2 ਅਪ੍ਰੈਲ ਨੂੰ ਅਸੀਂ ਬੱਚਿਆਂ ਦਾ, ਜਿਹਦੇ ਵਿੱਚ ਬਹੁਤ ਸਾਰੇ ਕਾਲਜਾਂ ਦੇ ਬੱਚਿਆਂ ਨੇ ਹਿੱਸਾ ਲਿਆ ਸੀ। ਉਹਦੇ ਵਿੱਚ ਅਸੀਂ ਜਿਹੜਾ ਹੈਗਾ ਕੀਤਾ ਸੀ ਪ੍ਰੋਗਰਾਮ। ਫਿਰ ਅਸੀਂ ਡੈਕਲੇਮੇਸ਼ਨ ਕੰਟੈਸਟ ਕਰਾਇਆ 4 ਅਪ੍ਰੈਲ ਨੂੰ, ਤੇ ਅੱਜ ਅਸੀਂ ਇਹਦੇ ਸਟੇਟ ਲੈਵਲ ਦਾ ਜਿਹੜਾ ਸੈਮੀਨਾਰ ਆ ਵੈਬੀਨਾਰ ਇਹ ਕਰਵਾ ਰਿਹਾ। ਮੈਂ ਉਚੇਚੇ ਤੌਰ ਤੇ ਇਹਦੇ ਵਿੱਚ ਡਾਕਟਰ ਹਰਮੋਹਿੰਦਰ ਸਿੰਘ ਜੀ ਬੇਦੀ ਜਿਹੜੇ ਸਾਡੇ ਆਨਰੇਬਲ ਚਾਂਸਲਰ ਨੇ ਹਿਮਾਚਲ ਸੈਂਟਰਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਦੇ, ਉਹਨਾਂ ਨੂੰ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਮੇਰੀ ਬੇਨਤੀ ਪ੍ਰਵਾਨ ਕੀਤੀ ਆ। ਡਾਕਟਰ ਹਰਮੋਹਿੰਦਰ ਸਿੰਘ ਬੇਦੀ ਕਿਸੇ ਵੀ ਜਾਣ ਪਛਾਣ ਦੇ ਮੁਤਾਜ ਨਹੀਂ ਹੈਗੇ। ਮੈਂ ਸ਼ੁਰੂ ਤੋਂ ਹੀ ਇਹਨਾਂ ਨੂੰ ਦੇਖਿਆ ਹੈਗਾ, ਇਹਨਾਂ ਦੇ ਕੰਮਕਾਰ ਨੂੰ ਦੇਖਿਆ, ਇਹਨਾਂ ਦੀ ਜਿਹੜੀ ਲਗਨ ਆ ਆਪਣੇ ਕਿੱਤੇ ਪ੍ਰਤੀ, ਆਪਣੇ ਪ੍ਰੋਫੈਸ਼ਨ ਪ੍ਰਤੀ, ਇਸੇ ਕਰਕੇ ਜਿਹੜੀ ਹੈਗੀ ਆ ਇਹਨਾਂ ਦਾ ਯੋਗਦਾਨ ਜਿਹੜਾ ਬਹੁਤ ਵੱਡਾ ਆ। ਪੰਜਾਬ ਸਰਕਾਰ ਨੇ ਇਹਨਾਂ ਨੂੰ ਹਿੰਦੀ ਸਾਹਿਤਕਾਰ ਦੇ ਤੌਰ ਉੱਪਰ ਸਨਮਾਨ, ਹਿੰਦੀ ਸਾਹਿਤਕਾਰ 2004 ਦੇ ਵਿੱਚ। ਫਿਰ ਮੈਨੂੰ ਇਹ ਵੀ ਯਾਦ ਆ ਜਦੋਂ ਡਾਕਟਰ ਸਾਹਿਬ ਨੂੰ 2017 ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਨੇ ਜਿਹੜਾ ਹਿੰਦੀ ਸਾਹਿਤ ਪੁਰਸਕਾਰ ਦਿੱਤਾ ਸੀ। ਡਾਕਟਰ ਸਾਹਿਬ ਬਹੁਤ ਸਾਰੀਆਂ ਮਿਨਿਸਟਰੀਆਂ ਦੇ ਨਾਲ ਜੁੜੇ ਹੋਏ ਨੇ, ਖਾਸ ਕਰਕੇ ਜਿਹੜਾ ਸਾਡੀ ਨਿਊ ਐਜੂਕੇਸ਼ਨ ਪਾਲਿਸੀ ਜਿਹੜੀ ਹੁਣ ਆਈ ਆ ਉਹਦੇ ਵਿੱਚ ਵੀ ਡਾਕਟਰ ਸਾਹਿਬ ਦਾ ਬਹੁਤ ਵੱਡਾ ਜਿਹੜਾ ਹੈਗਾ ਯੋਗਦਾਨ ਆ। ਮੈਂ ਡਾਕਟਰ ਸਾਹਿਬ ਨੂੰ ਇਸ ਮੌਕੇ ਦੇ ਉੱਪਰ ਬਹੁਤ ਧੰਨਵਾਦ ਦਿੰਦਾ ਹਾਂ ਕਿ ਉਹਨਾਂ ਨੇ ਸਾਡੀ ਛੋਟੀ ਜਿਹੀ ਬੇਨਤੀ ਨੂੰ ਸਵੀਕਾਰ ਕੀਤਾ। ਤੇ ਮੈਂ ਸਾਡੇ ਜਿੰਨੇ ਵੀ ਕਾਲਜ ਦੇ ਵਿਦਿਆਰਥੀ ਨੇ, ਦਰਸ਼ਕ ਨੇ, ਅਸੀਂ ਇਹਨਾਂ ਨੂੰ YouTube ਤੇ ਵੀ ਚਲਾ ਰਹੇ ਹਾਂ ਇਹ ਸਾਰਾ ਪ੍ਰੋਗਰਾਮ। ਉਹਦੇ ਵਿੱਚ ਉਹਨਾਂ ਦੀਆਂ ਅੱਜ ਜਿਹੜੇ ਡਾਕਟਰ ਸਾਹਿਬ ਗੱਲ ਕਰਨਗੇ ਉਹ ਗੁਰੂ ਤੇਗ ਬਹਾਦਰ ਜੀ ਦੀਆਂ ਜਿਹੜਾ ਜੀਵਨ, ਫਲਸਫਾ, ਸਿੱਖਿਆਵਾਂ ਦੇ ਬਾਰੇ ਗੱਲ ਕਰਨਗੇ, ਕਿਉਂਕਿ ਅੱਗੇ ਵੀ ਮੈਂ ਇਹਨਾਂ ਦਾ ਇੱਕ ਬਹੁਤ ਹੀ ਪਿਆਰਾ ਜਿਹੜਾ ਹੈਗਾ ਸੰਦੇਸ਼ ਪੂਰਵਕ ਜਿਹੜਾ ਹੈਗਾ ਲੈਕਚਰ ਸੁਣਿਆ ਹੈਗਾ। ਉਹ ਕੌਣ ਹੈ ਤੇ ਬਾਬਾ ਬਸੇ ਬਤਾਲੇ
ਬਲ ਗੁਰ ਸੰਗਤ ਆਪ ਸੰਭਾਲੇ ਕਿ ਜਿਹੜੇ ਆਉਣ ਵਾਲੇ ਸਾਡੇ ਨੌਵੇਂ ਪਾਤਸ਼ਾਹੀ ਨੇ ਉਹ ਬਾਬਾ ਬਕਾਲੇ ਦੇ ਵਿੱਚ ਨੇ। ਉਹ ਹੁਣ ਸਾਰਾ ਜਿਹੜਾ ਹੈਗਾ ਸਾਨੂੰ ਜਿਹੜਾ ਗੁਰੂ ਤੇਗ ਬਹਾਦਰ ਜੀ ਦੀਆਂ ਜੀਵਨੀਆਂ, ਕਿਉਂਕਿ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਹੀਦੀ ਆ ਉਹਨੂੰ ਅਸੀਂ ਜਿਹੜਾ ਹੈਗਾ ਸ਼ਰਧਾਂਜਲੀ ਭੇਟ ਕਰਦੇ ਹਾਂ। ਅਤੇ ਅੱਜ ਜਿਹੜਾ ਉਹਨਾਂ ਦੀ ਬਾਰੇ ਬਾਣੀ ਆ ਜਾਂ ਡਾਕਟਰ ਬੇਦੀ ਸਾਹਿਬ ਤੋਂ ਜਿਹੜਾ ਹੈਗਾ ਉਹ ਅਸੀਂ ਗ੍ਰਹਿਣ ਕਰਨ ਜਾ ਰਹੇ ਹਾਂ। ਇੱਕ ਵਾਰੀ ਮੈਂ ਕਲੀਅਰ ਸਾਡੇ ਕਾਲਜ ਵੱਲੋਂ ਸਟਾਫ ਵੱਲੋਂ ਡਾਕਟਰ ਬੇਦੀ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਛੋਟੀ ਜਿਹੀ ਬੇਨਤੀ ਦੇ ਉੱਪਰ ਜਿਹੜਾ ਹੈਗਾ ਇਹ ਸਾਡਾ ਇੱਕ ਕੀ ਪ੍ਰੋਜੈਕਟ ਜਿਹੜਾ ਉਹਨਾਂ ਨੇ ਅੱਜ ਕਰਨਾ ਹੈਗਾ ਉਹਨੂੰ ਸਵੀਕਾਰ ਕੀਤਾ। ਸ਼ੁਕਰੀਆ। बस आप लोग तो देगा Thank you so much, sir. Thank you so much, sir. Because our resource person is Dr. Har Mohinder Singh Ji. He is a poetic soul. So I have just prepared a rhythmic couplet for in reverence. So I would like to speak on this, recite these lines. I hope you will like, sir. Dr. Har Mohinder Singh Bedi, a jewel evolved in Punjab's vicinity, a powerfully excellent orator and an honor to the literature, a writer in skill and a poet at heart, exploring cultural heritage at every part. Researches and articles shows his undying zeal, proving academic excellence with every deed. National and international award winner, holding Kavi Ratan as a majestic pillar, an adept of expanded knowledge and working hard for the underprivileged. Hats off to this multiple talents and voracious capability. We all welcome this amazing and altruistic personality. Thank you so much. Now I would like to call our Mr. Bedi to share his scholarly views on Shri Guru Tegh Bahadur Ji. Thank you so much. सत्कारयोग दुग्गल साहब, गुरु नानक कॉलेज यूनिवर्सिटी दे अध्यापक साहबान, विद्यार्थियों ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨਾਲ ਜੁੜੇ ਉੱਚ ਕੋਟੀ ਦੇ ਵਿਦਵਾਨ ਦੋਸਤੋ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਉਤਸਵ ਅੱਜ ਦੁਨੀਆ ਦੇ ਬਹੁਤ ਵੱਡੇ ਵੱਡੇ ਦਾਰਸ਼ਨਿਕਾਂ ਨੂੰ, ਸਮਾਜ ਸ਼ਾਸਤਰੀਆਂ ਨੂੰ, ਇਤਿਹਾਸਕਾਰਾਂ ਨੂੰ ਤੇ ਸਾਹਿਤਕਾਰਾਂ ਨੂੰ ਇਤਿਹਾਸ ਤੇ ਪੁਨਰ ਚਾਤ ਪਾਉਣ ਲਈ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸੌਂਪ ਰਿਹਾ ਹੈ। ਏਸ਼ੀਆ ਦੇ ਦੇਸ਼ਾਂ ਵਿੱਚ ਇਹ ਗੱਲ ਦੁਬਾਰਾ ਸ਼ੁਰੂ ਹੋ ਗਈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੇ ਏਸ਼ੀਆ ਦੇ ਦੇਸ਼ਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ। ਬਹੁਤ ਵੱਡੇ ਇਤਿਹਾਸਕਾਰ ਐਲਨ ਨੇ ਆਪਣੇ ਇਤਿਹਾਸ ਵਿੱਚ ਲਿਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੇ ਏਸ਼ੀਆ ਦੇ ਸੱਭਿਆਚਾਰ ਨੂੰ ਕਈ ਕੋਨਾਂ ਤੋਂ ਪ੍ਰਭਾਵਿਤ ਕੀਤਾ। ਪ੍ਰੋਫੈਸਰ ਐਲਨ ਨੇ ਆਪਣੇ ਇਤਿਹਾਸ ਵਿੱਚ ਲਿਖਿਆ ਕਿ ਧਰਮ ਪਰਿਵਰਤਨ ਦਾ ਜਿਹੜਾ ਦੌਰ ਏਸ਼ੀਆ ਦੇ ਦੇਸ਼ਾਂ ਵਿੱਚ ਉਸ ਵੇਲੇ ਇੱਥੋਂ ਦੇ ਸੱਤਾਧਾਰੀ ਦਿਖਾ ਰਹੇ ਸਨ, ਉਹਨੂੰ ਸਭ ਤੋਂ ਪਹਿਲਾਂ
ਤੇ ਵੱਡੀ ਵੰਗਾਰ ਸ੍ਰੀ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ। ਉਥੋਂ ਦੇ ਸਮਾਜ ਸਾਥੀਆਂ ਨੇ ਇੱਥੋਂ ਤੱਕ ਲਿਖਿਆ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੇ ਸੁਤੰਤਰਤਾ ਦੇ ਪ੍ਰਤੀ ਏਸ਼ੀਆ ਦੇ ਦੇਸ਼ਾਂ ਵਿੱਚ ਇੱਕ ਨਵੀਂ ਸੋਚ ਨੂੰ ਪੈਦਾ ਕੀਤਾ ਔਰ ਉਹਨਾਂ ਨੇ ਇਹ ਮੰਨਿਆ ਕਿ ਕਿਸ ਤਰ੍ਹਾਂ ਏਸ਼ੀਆ ਦੇ ਦੇਸ਼ਾਂ ਦੀ ਖੁਦ ਮੁਖਤਾਰੀ ਦੀ ਇੱਕ ਸੋਚ ਲਹਿਰ ਬਣ ਕੇ ਔਰ ਉਸ ਲਹਿਰ ਦੇ ਜਿਹੜੇ ਪ੍ਰਵਾਹ ਨੇ ਉਹ ਹਿੰਦੁਸਤਾਨ ਤੋਂ ਆਏ ਤੇ ਏਸ਼ੀਆ ਦੇ ਦੇਸ਼ਾਂ ਦੇ ਇਤਿਹਾਸ, ਪਰੰਪਰਾਵਾਂ, ਧਾਰਮਿਕ ਵਿਸ਼ਵਾਸ ਅਤੇ ਸੱਭਿਆਚਾਰ ਨੂੰ ਉਹਨਾਂ ਲਹਿਰਾਂ ਨੇ ਬਦਲ ਕੇ ਰੱਖ ਦਿੱਤਾ। ਉਹਨਾਂ ਨੇ ਇੱਥੋਂ ਤੱਕ ਵੀ ਵਿਚਾਰ ਕੀਤਾ ਕਿ ਖਾਲਸੇ ਦੀ ਸਿਰਜਣਾ ਦੇ ਪਿੱਛੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਸੰਕਲਪ ਲਿਆ ਹੈ। ਇਹ ਸਭ ਕੁਝ ਗੁਰੂ ਸਾਹਿਬ ਦੇ 400ਵੇਂ ਪ੍ਰਕਾਸ਼ ਉਤਸਵ ਦੀ ਸ਼ਤਾਬਦੀ ਦੇ ਮੌਕੇ ਤੇ ਏਸ਼ੀਆ ਦੇ ਦੇਸ਼ਾਂ ਵਿੱਚ ਸੋਚਿਆ ਸਮਝਿਆ ਕਿ ਉਸ ਦਾ ਅਧਿਐਨ ਕੀਤਾ ਜਾ ਰਿਹਾ ਹੈ ਔਰ ਏਸ਼ੀਆ ਦੇ ਫਿਲਾਸਫਰ ਇਸ ਸਿੱਟੇ ਉੱਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉੱਤਰ ਮੱਧ ਕਾਲ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੇ ਏਸ਼ੀਆ ਦੇ ਦੇਸ਼ਾਂ ਨੂੰ ਜਿਹੜੀ ਸੇਧ ਦਿੱਤੀ, ਉਸੇ ਸੇਧ ਸਦਕਾ ਉਹਨਾਂ ਦੇ ਵਿੱਚ ਆਜ਼ਾਦੀ ਦੇ ਪ੍ਰਤੀ ਇੱਕ ਨਵੀਂ ਚੇਤਨਾ ਜਾਗੀ। ਇਹੋ ਕਾਰਨ ਹੈ ਕਿ ਅੱਜ ਏਸ਼ੀਆ ਦੇ ਦੇਸ਼ਾਂ ਵਿੱਚ ਮੈਂ ਇੱਕ ਉਦਾਹਰਨ ਦੇਣੀ ਚਾਹਾਂਗਾ ਕਿ ਏਸ਼ੀਆ ਦੇ ਦੇਸ਼ਾਂ ਵਿੱਚ ਏਸ਼ੀਅਨ ਸਟੱਡੀਜ਼ ਦੇ ਜਿਹੜੇ ਵਿਭਾਗ ਨੇ, ਏਸ਼ੀਅਨ ਸਟੱਡੀਜ਼ ਦੇ ਨਾਲ ਜੁੜੇ ਹੋਏ ਸਕੂਲ ਨੇ, ਏਸ਼ੀਅਨ ਸਟੱਡੀਜ਼ ਦੇ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਨੇ, ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨੀ ਉਹਨਾਂ ਕਾਲਜਾਂ ਸਕੂਲਾਂ ਵਿੱਚ ਪੜ੍ਹਾਈ ਜਾਣ ਲੱਗ ਪਈ। ਮੇਰੇ ਸਾਹਮਣੇ ਚੀਨ ਦੀ ਉਦਾਹਰਨ ਹੈ ਕਿ ਉੱਥੇ ਦੇ ਬੱਚਿਆਂ ਨੂੰ ਜਦੋਂ ਏਸ਼ੀਆ ਦੇ ਦੇਸ਼ਾਂ ਦੇ ਇਤਿਹਾਸ ਦੀਆਂ ਪ੍ਰਮੁੱਖ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਉੱਤੇ ਵੀ ਪਾਠ ਪੜਾਇਆ ਜਾਂਦਾ ਹੈ। ਇਸ ਕਰਕੇ 400ਵੇਂ ਪ੍ਰਕਾਸ਼ ਉਤਸਵ ਦਾ ਇੱਕ ਅੰਤਰਰਾਸ਼ਟਰੀ ਸੰਦਰਭ ਬਹੁਤ ਮਹੱਤਵਪੂਰਨ ਹੈ ਜਿਸ ਤੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਨਤਾ, ਗੁਰੂ ਤੇਗ ਬਹਾਦਰ ਸਾਹਿਬ ਦਾ ਯੋਗਦਾਨ ਬਾਰੇ ਸੋਚ ਸਕਦੇ ਹਾਂ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 57 ਸ਼ਲੋਕ, 59 ਸ਼ਬਦ 16 ਰਾਗਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ। ਜਦੋਂ ਮੈਂ ਇਹ ਕਹਿੰਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਤੇ ਇਹਦਾ ਇੱਕ ਬੜਾ ਜ਼ਬਰਦਸਤ ਇਤਿਹਾਸਕ ਹਵਾਲਾ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਜਿਸ ਵੇਲੇ ਪੋਥੀ ਦਾ ਸੰਕਲਨ ਕੀਤਾ ਤਾਂ ਉਸ ਵੇਲੇ ਇਸ ਪਵਿੱਤਰ ਪੋਥੀ ਨੂੰ ਪੰਜਵੇਂ ਪਾਤਸ਼ਾਹ ਨੇ ਆਦਿ ਗ੍ਰੰਥ ਕਿਹਾ। ਸ੍ਰੀ ਅੰਮ੍ਰਿਤਸਰ ਦੇ ਵਿੱਚ ਇਹ ਪੋਥੀ ਭਾਈ ਗੁਰਦਾਸ ਜੀ ਦੀ ਆਸ਼ੀਰਵਾਦ ਨਾਲ ਨੇਪਰੇ ਚੜੀ ਤੇ ਇਸ ਪੋਥੀ ਦਾ ਪਹਿਲਾ ਪ੍ਰਕਾਸ਼ ਆਦਿ ਗ੍ਰੰਥ ਦਾ ਸ੍ਰੀ ਹਰਮੰਦਰ ਸਾਹਿਬ ਵਿੱਚ ਵਿਖੇ ਕੀਤਾ ਗਿਆ। ਦੂਸਰੀ ਵਾਰ ਇਸ ਪੋਥੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਸੰਕਲਿਤ ਕੀਤਾ ਅਤੇ ਉਸ ਤੋਂ ਬਾਅਦ ਆਦਿ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ ਗਿਆ। ਇਹ ਬੜੀ ਮਹੱਤਵਪੂਰਨ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਪ੍ਰਾਪਤ ਕਰਨ ਤੋਂ ਪਹਿਲਾਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ 59 ਸ਼ਬਦ 57 ਸ਼ਲੋਕ 16 ਰਾਗਾਂ ਦੇ ਵਿੱਚ ਸੰਕਲਿਤ ਕੀਤੇ ਤੇ ਸ੍ਰੀ ਗੁਰੂ ਮਾਨਿਓ ਗ੍ਰੰਥ ਦੀ ਉਪਾਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਸੰਕਲਨ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਰਚਨਾ
ਇੱਕ ਅਜਿਹਾ ਰੂਪ ਅਖਤਿਆਰ ਕਰਦੀ ਹੈ ਕਿ ਪੂਰੇ ਵਿਸ਼ਵ ਦੇ ਵਿੱਚ ਇਸ ਪੋਥੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਜੋਂ ਸਵੀਕਾਰ ਕੀਤਾ ਗਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਬਾਰੇ ਜੇ ਮੈਂ ਚਰਚਾ ਕਰਾਂ ਤਾਂ ਇਸ ਬਾਣੀ ਨੇ ਭਾਰਤੀ ਸਾਹਿਤ ਦੇ ਸਾਹਮਣੇ, ਭਾਰਤੀ ਇਤਿਹਾਸ ਦੇ ਸਾਹਮਣੇ, ਭਾਰਤੀ ਭਾਸ਼ਾ ਦੇ ਸਾਹਮਣੇ ਬਹੁਤ ਵੱਡੇ ਵੱਡੇ ਪ੍ਰਸ਼ਨ ਰੱਖੇ। ਔਰ ਜੇ ਇਹਨਾਂ ਪ੍ਰਸ਼ਨਾਂ ਦੀ ਤਹਿ ਵਿੱਚ ਜਾਈਏ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਬ੍ਰਜ ਭਾਸ਼ਾ ਵਿੱਚ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬ੍ਰਜ ਭਾਸ਼ਾ ਦੇ ਉੱਚ ਕੋਟੀ ਦੇ ਬਾਣੀਕਾਰ ਔਰ ਇਸ ਬਾਣੀ ਦੀ ਸਾਹਿਤਿਕ ਬ੍ਰਜ ਭਾਸ਼ਾ ਦੀ ਵਿਲੱਖਣਤਾ ਨੂੰ ਹਿੰਦੀ ਸਾਹਿਤ ਦੇ ਸਿਰਮੌਰ ਆਲੋਚਕਾਂ ਨੇ ਸਵੀਕਾਰ ਕੀਤਾ। आचार्य हजारी प्रसाद द्विवेदी उन्होंने एक किताब लिखी सिख गुरुओं का पुण्य स्मरण, तो उन्होंने गुरु तेग बहादुर साहब की बाणी ते विचार करदियां होया लिखिया कि गुरु तेग बहादुर साहब वल्लों जिस ब्रज भाषा का उपयोग बाणी में किया गया उस करके ब्रज भाषा एक बहुत उच्च कोटि की उत्तरी भारत में साहित्यिक भाषा के तौर के उत्ते उसका निर्माण होया। और हजारी प्रसाद द्विवेदी कहते हैं कि हिंदी की ब्रज भाषा का जिहड़ा साहित्य है वो साहित्य नूं एक नवी दिशा मिली। मेरे सामने गुरु तेग बहादुर साहब के बारे साडे राष्ट्रपति राधा कृष्णन का कथन मेरे सामने आता है। डॉक्टर राधा कृष्णन जी का कहना है कि भारतीय साहित्य में ब्रज भाषा की जिहड़ी साहित्यिकता है उस साहित्यिकता नूं उत्तरी भारत में श्री गुरु तेग बहादुर साहब की बाणी में देखा जा सकता है। उन्होंने तो इत्थों तक कहा कि गुरु तेग बहादुर साहब की जिहड़ी ब्रज भाषा की बाणी है ये पूरे ब्रज साहित्य नूं एक धार्मिक, एक अध्यात्मक अते एक दार्शनिक चिंतन दे नाल जोड़दी है। ये गुरु तेग बहादुर साहब की बाणी का भारती भाषा, भारती साहित्य ते भारती वांगमय दे विच उन्हां दा योगदान है। और इसे करके तुसी देखो कि साडे सिख इतिहास के जिहड़े 4 वड्डे ग्रंथ ने, मेरे सामने गुरु प्रताप सूरज, भाई संतोख सिंह, तवारी गुरु खालसा, ज्ञानी ज्ञान सिंह, प्राचीन पंथ प्रकाश, रतन सिंह पंगू, महिमा प्रकाश, ये 4 पोथियां सिख इतिहास दिया स्रोत पोथियां ने और इन्हां दी भाषा ब्रज है। गुरु गोबिंद सिंह दे विद्या दरबार दे विच 52 कवि सन। उन्हां कवियां ने बड़ी खूबसूरत ब्रज लिखी ते जिस वेले भारती साहित्य में गुरु गोबिंद सिंह के विद्या दरबार का मूल्यांकन होया तो बहुत सारे इतिहासकारों ने, मैं एक उदाहरण देनी चाहूँगा, काशीनाथ प्रचारणी सभा बनारस उन्होंने 16 खंडों के हिंदी साहित्य का इतिहास लिखा और उस इतिहास में उन्होंने दर्ज किया कि गुरु गोबिंद सिंह के विद्या दरबार का जिहड़ा साहित्य है वो गुरु तेग बहादुर साहब की भाषिक संरचना नूं कायम रखता है। और उस इतिहास में दर्ज किया गया कि गुरु तेग बहादुर साहब की भाषा, उन्हां दी शब्द चोण, उन्हां दी शैली, उन्हां दा शिल्प उत्तरी भारत दे विच ब्रज भाषा दे साहित्य नूं गुरु गोबिंद सिंह विद्या दरबार के राही एक नवी दिशा दे रहा। एक गुरु तेग बहादुर साहब का साहित्य ते सभ्याचार संदर्भ है कि एक पासे एशिया के देश अपने दार्शनिक चिंतन दे विच गुरु साहब की बाणी केंद्र विच रख के अपने देशां दी सभ्यता संस्कृति नूं समझण दी कोशिश कर रहे हैं ते दूजे पासे भारती साहित्य उत्तर मध्यकाल दा सभ्याचार, उत्तर मध्यकाल की संस्कृति, उत्तर मध्यकाल का साहित्यिक संवाद अपनी उस परंपरा को खोज कर रहा है जिस परंपरा को श्री गुरु तेग बहादुर साहब ने अपने शब्दां ते श्लोकां दे विच
ਦਰਜ ਕੀਤਾ। ਜੇ ਜੇ ਸੰਗੀਤ ਦੀ ਗੱਲ ਕਰੀਏ ਤਾਂ ਇੱਕ ਤਾਂ ਇੱਕ ਬੜੀ ਵਿਲੱਖਣ ਦੇਣ 16 ਰਾਗ ਪਰ ਜਾਇਜਾਵੰਤੀ ਰਾਗ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਬਾਣੀ ਵਿੱਚ ਉਸ ਦਾ ਉਪਯੋਗ ਕਰਦੇ ਔਰ ਜਾਇਜਾਵੰਤੀ ਰਾਗ ਤੇ ਜਿਹੜੇ ਸੰਗੀਤ ਦੇ ਮਰਮੱਖ ਵਿਦਵਾਨ ਨੇ ਉਹਨਾਂ ਨੂੰ ਪਤਾ ਹੈ ਕਿ ਜਾਇਜਾਵੰਤੀ ਰਾਗ ਦੇ ਵਿੱਚ ਕਿਸੇ ਰਚਨਾ ਦੀ ਲੋਕੇਸ਼ਨ ਕਿਸੇ ਰਚਨਾ ਨੂੰ ਬੰਨਣਾ ਕਿਸੇ ਰਚਨਾ ਦੇ ਰਾਹੀਂ ਉਹਨਾਂ ਨੂੰ ਸਾਕਾਰ ਕਰਨਾ ਕਿੰਨਾ ਕਠਿਨ ਹੁੰਦਾ ਹੈ। ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਸੰਗੀਤ ਦੇ ਪ੍ਰਤੀ ਉਹਨਾਂ ਦੀ ਲਗਨ ਤੇ ਉਹਨਾਂ ਦੀ ਦੇਣ। ਭਾਈ ਸੰਤੋਖ ਸਿੰਘ ਨੇ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਬਹੁਤ ਵੱਡੇ ਸੰਗੀਤਕਾਰ ਸੀ, ਬਹੁਤ ਵੱਡੇ ਯੋਧਾ ਸਨ ਤੇ ਬਹੁਤ ਵੱਡੇ ਭਾਸ਼ਾ ਦੇ ਸਾਹਿਤ ਦੇ ਜਾਣਕਾਰ ਸਨ। ਤੇ ਇਸ ਲਈ ਕਲਾ ਦੇ ਖੇਤਰ ਦੇ ਵਿੱਚ, ਸਾਹਿਤ ਦੇ ਖੇਤਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਪੂਰਨੇ ਪਾਏ, ਉਸ ਪੂਰਨਿਆਂ ਉੱਤੇ ਅੱਜ ਵੀ ਹਿੰਦੁਸਤਾਨੀ ਅਦਬ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਉਹਨਾਂ ਦੀ ਸ਼ਹਾਦਤ ਦਾ ਜ਼ਿਕਰ ਹੋਇਆ। ਬਹੁਤ ਵੱਡਾ ਇੱਕ ਕ੍ਰਾਂਤੀਕਾਰੀ, ਇੱਕ ਪੂਰੇ ਵਿਸ਼ਵ ਦੇ ਸਾਹਮਣੇ ਸ਼ਹਾਦਤ ਦਾ ਇੱਕ ਨਵਾਂ ਸੰਕਲਪ ਉਹਨਾਂ ਨੇ ਭਾਰਤੀ ਚਿੰਤਨ ਦੇ ਵਿੱਚ ਇਹ ਕਿਹਾ ਜਾਂਦਾ ਹੈ ਅਹਿੰਸਾ ਪਰਮੋ ਧਰਮ, ਕਿ ਅਹਿੰਸਾ ਪਰਮ ਧਰਮ ਹੈ। ਬੁੱਧਿਜ਼ਮ ਦੇ ਵਿੱਚ ਇਸ ਗੱਲ ਨੂੰ ਪੂਰੇ ਏਸ਼ੀਆ ਦੇ ਦੇਸ਼ਾਂ ਦੇ ਸਾਹਮਣੇ ਧੰਮਪਦ ਗ੍ਰੰਥ ਨੇ ਰੱਖਿਆ ਕਿ ਬੁੱਧ ਦਾ ਪਹਿਲਾ ਸੰਦੇਸ਼ ਇਹ ਹੈ ਅਹਿੰਸਾ ਪਰਮੋ ਧਰਮ। ਪਰ ਤੁਸੀਂ ਇਹ ਦੇਖੋ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੇ ਏਸ਼ੀਆ ਦੇ ਦੇਸ਼ਾਂ ਦੇ ਸਾਹਮਣੇ ਜਿਹੜਾ ਆਦਰਸ਼ ਸੰਕਲਪ ਰੱਖਿਆ। ਉਹਨਾਂ ਨੇ ਸ਼ਹਾਦਤ ਦੇ ਕੇ ਅਹਿੰਸਾ ਪਰਮੋ ਧਰਮਾ, ਇਹ ਤਾਂ ਸਿਧਾਂਤ ਸੀ, ਇਹ ਤਾਂ ਇੱਕ ਸੋਚ ਸੀ। ਉਹਦਾ ਵਿਵਹਾਰਿਕ ਸਾਕਾਰਾਤਮਕ ਪੱਖ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੇ ਵਿਸ਼ਵ ਦੇ ਸਾਹਮਣੇ ਰੱਖਿਆ। ਲੋਕਾਂ ਨੂੰ ਲੱਗਾ ਕਿ ਇੱਕ ਬਲਸ਼ਾਲੀ ਯੋਧਾ ਜਿਹਨੂੰ ਤੇਗ ਬਹਾਦਰ ਦਾ ਖਿਤਾਬ ਮਿਲਿਆ ਸੀ ਜਦੋਂ ਉਹਨਾਂ ਨੇ ਕਰਤਾਰਪੁਰ ਦੀ ਜੰਗ ਦੇ ਆਪਣੀ ਯੁੱਧ ਕਲਾ ਦੇ ਜੌਹਰ ਵਿਖਾਏ ਸਨ। ਇੰਨਾ ਵੱਡਾ ਬਲਸ਼ਾਲੀ ਯੋਧਾ ਜਦੋਂ ਅਹਿੰਸਾ ਦੇ ਮਾਰਗ ਤੇ ਚੱਲ ਕੇ ਆਪਣਾ ਬਲੀਦਾਨ ਦਿੰਦਾ ਹੈ ਤਾਂ ਏਸ਼ੀਆ ਦੇ ਦੇਸ਼ਾਂ ਨੇ ਬੁੱਧ ਧਰਮ ਦਾ ਉਹ ਅਹਿੰਸਾ ਪਰਮੋ ਧਰਮਾਂ ਦਾ ਵਿਵਹਾਰਕ ਪੱਖ ਉਹਨਾਂ ਦੇ ਸਾਹਮਣੇ ਆਇਆ ਤੇ ਉਹ ਭਾਰਤੀ ਸੰਸਕ੍ਰਿਤੀ ਤੇ ਭਾਰਤੀ ਦਾਰਸ਼ਨਿਕ ਚਿੰਤਨ ਦੇ ਨਵੇਂ ਅਰਥਾਂ ਦੇ ਨਾਲ ਜੁੜਿਆ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਅਸੀਂ ਸਭ ਜਾਣਦੇ ਹਾਂ ਕਿ ਕਸ਼ਮੀਰੀ ਪੰਡਿਤ ਕਿਰਪਾ ਰਾਮ ਆਏ। ਪੰਡਿਤ ਕਿਰਪਾ ਰਾਮ ਦੇ ਪੰਡਿਤ ਘਰਾਣੇ ਦਾ ਸੰਬੰਧ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅੱਜ ਤੱਕ ਸਿੱਖ ਧਰਮ, ਸਿੱਖ ਅਧਿਆਤਮਕ ਦਰਸ਼ਨ, ਸਿੱਖ ਗੁਰੂਆਂ ਨਾਲ ਜੁੜਿਆ ਹੋਇਆ। ਜਦੋਂ ਪੰਡਿਤ ਕਿਰਪਾ ਰਾਮ ਆਏ ਤਾਂ ਉਹਨਾਂ ਨੇ ਇੱਕ ਆ ਕੇ ਜਦੋਂ ਫਰਿਆਦ ਕੀਤੀ ਤਾਂ ਇੱਕ ਤੱਥ ਇਹ ਵੀ ਸਾਹਮਣੇ ਆਇਆ ਕਿ ਔਰੰਗਜ਼ੇਬ ਦਾ ਇਹ ਖਿਆਲ ਹੈ ਕਿ ਉਸ ਵੇਲੇ ਕਸ਼ਮੀਰ ਦੇ ਵਿੱਚ ਸਭ ਤੋਂ ਜ਼ਿਆਦਾ ਪੜ੍ਹੀ ਲਿਖੀ ਕਲਾਸ ਕਸ਼ਮੀਰੀ ਪੰਡਤਾਂ ਦੀ ਸੀ। ਔਰੰਗਜ਼ੇਬ ਨੂੰ ਇਹ ਲੱਗਦਾ ਸੀ ਕਿ ਜੇ ਅਲਾਈਡ ਕਲਾਸ, ਪੜ੍ਹੀ ਲਿਖੀ ਕਲਾਸ ਨੂੰ ਜੇ ਇਸਲਾਮ ਦੇ ਵਿੱਚ ਲੈ ਆਂਦਾ ਜਾਵੇ ਤਾਂ ਬਾਕੀ ਤਾਂ ਕੋਈ ਮੁਸ਼ਕਿਲ ਹਿੰਦੁਸਤਾਨ ਦੇ ਦੇਸ਼ ਨਹੀਂ ਆਉਣੀ। ਲੋਕਾਂ ਨੇ ਫਟਾਫਟ ਸੱਤਾ ਦੇ ਧਰਮ ਦੇ ਵਿੱਚ ਰੰਗੇ ਜਾਣਾ। ਔਰ ਗੁਰੂ ਤੇਗ ਬਹਾਦਰ ਸਾਹਿਬ ਇਸ ਰਹੱਸ ਨੂੰ ਜਾਣਦੇ ਸਨ ਔਰ ਉਹ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਕਿ ਕੋਈ ਬਹੁਤ ਵੱਡਾ ਗੁਰੂ, ਕੋਈ ਬਹੁਤ ਵੱਡਾ ਮਹਾਪੁਰਖ ਘਰੋਂ ਇਹ ਸੰਕਲਪ ਲੈ ਕੇ ਤੁਰਦਾ ਹੈ ਕਿ ਮੈਂ ਸ਼ਹਾਦਤ ਦੇਣੀ। ਇਤਿਹਾਸ ਵਿੱਚ ਇਹ ਵੇਰਵੇ ਤਾਂ ਮਿਲਦੇ ਨੇ ਕਿ ਕੋਈ ਮਹਾਪੁਰਖ, ਕੋਈ ਬਲਸ਼ਾਲੀ ਯੋਧਾ ਕਿਸੇ ਹੋਰ ਉਦੇਸ਼ ਦੇ ਨਾਲ ਘਰੋਂ ਤੁਰਿਆ ਤੇ ਉਹਨੂੰ ਸ਼ਹਾਦਤ ਦਾ ਜਾਮ ਪੀਣਾ। ਪਰ ਗੁਰੂ ਤੇਗ ਬਹਾਦਰ ਸਾਹਿਬ ਘਰੋਂ ਇਹ ਸੰਕਲਪ ਲੈ ਕੇ 9 ਸਾਲ ਦੇ ਬੇਟੇ ਗੁਰੂ ਗੋਬਿੰਦ ਸਿੰਘ ਦੇ ਸਿਰ ਤੇ ਹੱਥ ਰੱਖ ਕੇ ਆਤਮ ਬਲੀਦਾਨ ਕਰਨ ਲਈ ਜਾਂਦੇ। ਔਰ ਇੱਕ ਦੁੱਗਲ ਸਾਹਿਬ ਕਾਫੀ ਜਾਗਰੂਕ ਪ੍ਰਿੰਸੀਪਲ ਨੇ, ਪੱਤਰਕਾਰਤਾ ਦੇ ਖੇਤਰ
ਨਾਲ ਜੁੜੇ ਰਹੇ ਨੇ। ਇੱਕ ਗੱਲ ਤੁਸੀਂ ਦੇਖੋ ਕਿ ਗੁਰੂ ਤੇਗ ਬਹਾਦਰ ਸਾਹਿਬ ਲਗਭਗ ਜੇ ਅਸੀਂ ਉਹਨਾਂ ਦਾ ਇਤਿਹਾਸ ਦੇਖੀਏ ਤਾਂ ਹਿੰਦੁਸਤਾਨ ਦੇ 67 ਜਗ੍ਹਾ ਦੇ ਉੱਤੇ ਉਹਨਾਂ ਦੇ ਪੈਰ ਪਏ। ਅੱਜ ਉਹਨਾਂ ਜਗ੍ਹਾ ਦੇ ਉੱਪਰ ਉਹਨਾਂ ਦੀਆਂ ਨਿਸ਼ਾਨੀਆਂ ਰੱਖੀਆਂ ਹੋਈਆਂ ਨੇ, ਉਹਨਾਂ ਦੇ ਨਾਂ ਤੇ ਗੁਰਦੁਆਰੇ ਬਣੇ ਹੋਏ ਨੇ। ਉਹਨਾਂ ਦੇ ਜਾਣ ਤੇ ਉਹਨਾਂ ਪਿੰਡਾਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਇੱਕ ਬੜੀ ਜ਼ਬਰਦਸਤ ਘਟਨਾ ਹੈ ਕਿ ਅੱਜ ਤੋਂ 20 ਵਰ੍ਹੇ ਪਹਿਲਾਂ ਇੱਕ ਸਰਵੇਖਣ ਹੋਇਆ। ਉਹ ਸਰਵੇਖਣ ਆ ਰਹੀ ਸੀ ਕਿ ਇਹ ਬਹੁਤ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਚਿੰਤਨ ਕਰਦਿਆਂ ਬਹੁਤ ਸਾਰੇ ਸਕਾਲਰਸ ਨੇ ਲਿਖਿਆ ਕਿ ਗੁਰੂ ਤੇਗ ਬਹਾਦਰ ਜਿੱਥੇ ਜਿੱਥੇ ਗਏ ਲੋਕਾਂ ਨੇ ਉੱਥੇ ਤੰਬਾਕੂ ਦੀ ਖੇਤੀ ਕਰਨੀ ਬੰਦ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਪਿੰਡ, ਸਾਡੇ ਕਸਬੇ, ਸਾਡੇ ਨਗਰ, ਸਾਡੇ ਸ਼ਹਿਰ ਆਏ ਨੇ, ਅਸੀਂ ਇੱਥੇ ਤੰਬਾਕੂ ਨਹੀਂ ਬੀਜਣਾ, ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨਾ। ਔਰ ਉਸ ਵੇਲੇ ਉਹਨਾਂ ਨੇ ਬਹੁਤ ਸਾਰੀਆਂ ਫੈਕਟਸ ਐਂਡ ਫਿਗਰ ਦੇ ਕੇ ਅੱਜ ਤੋਂ 20 ਸਾਲ ਪਹਿਲਾਂ ਇਹ ਸਿੱਧ ਕੀਤਾ ਕਿ ਗੁਰੂ ਜੀ ਦੇ ਕਾਰਨ ਇੱਕ ਨਸ਼ਾ ਮੁਕਤ ਸਮਾਜ ਉੱਤਰੀ ਭਾਰਤ ਵਿੱਚ ਪੈਦਾ ਹੋਇਆ। 10 ਸਾਲ ਪਹਿਲਾਂ ਇਹ ਦੁਬਾਰਾ ਸਰਵੇਖਣ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਉਸ ਵੇਲੇ ਤਾਂ ਠੀਕ ਹੈ, ਜਦੋਂ ਗੁਰੂ ਸਾਹਿਬ ਗਏ ਲੋਕਾਂ ਨੇ ਨਸ਼ਾ ਛੱਡ ਦਿੱਤਾ, ਲੋਕਾਂ ਨੇ ਸ਼ਰਾਬ ਛੱਡ ਦਿੱਤੀ, ਲੋਕਾਂ ਨੇ ਅਫੀਮ ਖਾਣੀ ਛੱਡ ਦਿੱਤੀ, ਲੋਕਾਂ ਨੇ ਤੰਬਾਕੂ ਦਾ ਸੇਵਨ ਬੰਦ ਕਰ ਦਿੱਤਾ। ਅੱਜ ਉਹਨਾਂ ਪਿੰਡਾਂ ਦੀ ਕੀ ਨੁਹਾਰ ਹੈ। ਲਗਭਗ 25 ਪਿੰਡਾਂ ਦਾ ਸਰਵੇਖਣ ਦੁਬਾਰਾ ਤੁਸੀਂ ਹੈਰਾਨ ਹੋਵੋਗੇ ਕਿ ਅੱਜ 25 ਪਿੰਡਾਂ ਦੇ ਵਿੱਚੋਂ 20 ਪਿੰਡ ਇਹੋ ਜਿਹੇ ਨੇ ਉੱਤਰ ਪ੍ਰਦੇਸ਼ ਵਿੱਚ, ਬਿਹਾਰ ਵਿੱਚ, ਮੱਧ ਪ੍ਰਦੇਸ਼ ਵਾਲੇ ਪਾਸੇ ਕਿ ਜਿਨ੍ਹਾਂ ਦੇ ਵਿੱਚ ਅੱਜ ਵੀ ਤੰਬਾਕੂ ਦਾ ਸੇਵਨ ਨਹੀਂ ਹੁੰਦਾ, ਅੱਜ ਵੀ ਨੌਜਵਾਨ ਸ਼ਰਾਬ ਨਹੀਂ ਪੀਂਦੇ। ਉਹ ਕੀ ਕਰਦੇ ਨੇ? ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਪਾਠ ਕਰਦੇ, ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ ਨਤਮਸਤਕ ਹੁੰਦੇ ਨੇ। ਤੇ ਉਹ ਪਿੰਡਾਂ ਦੇ ਪਿੰਡ ਜਦੋਂ ਸਰਵੇਖਣ ਹੋਇਆ ਉਹਨਾਂ ਨੇ ਸੰਦੇਸ਼ ਦਿੱਤਾ ਕਿ ਅਸੀਂ ਤੇ ਸੋਚ ਵੀ ਨਹੀਂ ਸਕਦੇ ਸਾਡੇ ਪਿੰਡ ਵਿੱਚ ਗੁਰੂ ਜੀ ਦੇ ਪੈਰ ਪਏ ਨੇ, ਅਸੀਂ ਨਸ਼ੇ ਵੱਲ ਨਹੀਂ ਵਧੇ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੱਲ ਵਧੇ। ਮੈਨੂੰ ਕਹਿਣ ਦੀ ਲੋੜ ਨਹੀਂ ਕਿ ਅੱਜ ਅਸੀਂ ਕਿਸ ਦੌਰ ਵਿੱਚੋਂ ਲੰਘ ਰਹੇ ਹਾਂ, ਸਾਡੀ ਨੌਜਵਾਨ ਪੀੜ੍ਹੀ ਕਿਸ ਪਾਸੇ ਰੁਚਿਤ ਹੋਈ ਹੈ। ਮੈਨੂੰ ਤੇ ਲੱਗਦਾ ਹੈ ਕਿ ਦੁੱਗਲ ਸਾਹਿਬ ਦਾ ਇਹੋ ਜਿਹੇ ਵੈਬੀਨਾਰ ਕਰਨ ਦਾ ਪ੍ਰਯਾਸ ਬਹੁਤ ਵੱਡੀ ਸਫਲਤਾ ਲਵੇਗਾ ਜਦੋਂ ਪੰਜਾਬ ਦੇ ਨੌਜਵਾਨ ਨਸ਼ਿਆਂ ਵੱਲ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੱਲ ਵਧਣ। ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਾਨ ਵਿਅਕਤੀਤਵ ਦਾ ਪ੍ਰਭਾਵ ਪੂਰੇ ਹਿੰਦੁਸਤਾਨ ਦੇ ਪਿੰਡਾਂ, ਕਸਬਿਆਂ, ਸ਼ਹਿਰਾਂ, ਨਗਰਾਂ ਤੇ ਪਿਆ। ਤੇ ਗੁਰੂ ਤੇਗ ਬਹਾਦਰ ਸਾਹਿਬ 2 ਵਾਰੀ ਯਾਤਰਾਵਾਂ ਤੇ ਨਿਕਲਦੇ ਨੇ। ਇੱਕ ਵਾਰੀ ਉਦੋਂ ਯਾਤਰਾ ਤੇ ਨਿਕਲਦੇ ਨੇ ਜਦੋਂ ਆਸਾਮ ਤੇ ਬੰਗਾਲ ਢਾਕੇ ਵੱਲ ਜਾਂਦੇ, ਔਰ ਜਿਸਲੇ ਵਾਪਸ ਆਉਂਦੇ ਨੇ ਪਟਨਾ ਸਾਹਿਬ ਦੇ ਉੱਥੇ ਅੱਜ ਵੀ ਗੁਰਦੁਆਰਾ ਹੈ ਗੁਰੂ ਕਾ ਬਾਗ। ਉਹ ਪਹਿਲੀ ਵਾਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਸਪੁੱਤਰ 5 ਵਰ੍ਹਿਆਂ ਦੇ ਹੋ ਚੁੱਕੇ ਸੀ ਤੇ ਦੂਜੀ ਵਾਰੀ ਗੁਰੂ ਤੇਗ ਬਹਾਦਰ ਸ਼ਹਾਦਤ ਦੇਣ ਲਈ ਆਪਣੇ ਅਨੰਦਪੁਰ ਸਾਹਿਬ ਤੋਂ ਸ਼ਹਾਦਤ ਦੇਣ ਲਈ ਚਾਂਦਨੀ ਚੌਕ ਦਿੱਲੀ ਵਿੱਚ ਪਹੁੰਚਦੇ ਨੇ ਤੇ ਰਸਤੇ ਦੇ ਵਿੱਚ ਅਨੇਕਾਂ ਕਸਬਿਆਂ, ਨਗਰਾਂ ਦੇ ਵਿੱਚੋਂ ਹੋ ਕੇ ਉਹਨਾਂ ਦਾ ਇਹ ਸੰਦੇਸ਼ ਪੂਰੀ ਲੁਕਾਈ ਤੱਕ ਪਹੁੰਚਦਾ ਹੈ। ਸ਼ਹਾਦਤ ਦਾ ਤੁਸੀਂ ਦ੍ਰਿਸ਼ ਦੇਖੋ, ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਉਹਨਾਂ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀਂਦੇ, ਉਹਨਾਂ ਨੂੰ ਪਿੰਜਰੇ ਵਿੱਚ ਢੱਕ ਦਿੱਤਾ ਜਾਂਦਾ ਹੈ। ਗੁਰੂ ਸਾਹਿਬ ਜਪਜੀ ਸਾਹਿਬ ਦਾ ਪਾਠ ਕਰਦੇ ਨੇ। ਉਹ ਦੇਖਦੇ ਨੇ ਕਿ ਕਿਸ ਤਰ੍ਹਾਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਉਬਲ ਦੀਆਂ ਦੇਗਾਂ ਦੇ ਵਿੱਚ ਆਰਿਆਂ ਦੇ ਨਾਲ ਚੀਰੇ ਜਾਂਦੇ ਨੇ, ਬੰਦ ਕਟਵਾਉਂਦੇ ਨੇ। ਉਹਨਾਂ ਦਾ ਮਨ ਨਹੀਂ ਡੋਲਦਾ। ਉਹ ਜਿਸਲੇ ਉਹਨਾਂ ਦੇ ਅੱਗੇ ਸ਼ਰਤ ਰੱਖੀ ਜਾਂਦੀ ਹੈ ਕਿ ਇਸਲਾਮ ਕਬੂਲ ਕਰੋ ਜਾਂ ਸ਼ਹਾਦਤ ਰੱਖੀ ਜਾਂਦੀ ਹੈ, ਸ਼ਰਤ ਜਾਂ ਆਪਣਾ ਧਰਮ ਪਰਿਵਰਤਨ ਕਰੋ।
ਤੇ ਜਾਂ ਤੇ ਜਾਂ ਕੋਈ ਕੋਈ ਕਰਾਮਾਤ ਵਿਖਾਓ। ਗੁਰੂ ਜੀ ਗੁਰੂ ਜੀ ਦੇ ਦੇ ਇਸ ਇਸ ਤੋਂ ਵੱਡੀ ਕਰਾਮਾਤ ਕੀ ਹੋ ਸਕਦੀ ਹੈ ਕਿ ਕਿ ਗੁਰੂ ਤੇਗ ਬਹਾਦਰ ਦੇ ਵਰਸੋਏ ਉਹਨਾਂ ਦੇ ਸ਼ਿਸ਼ ਉਹਨਾਂ ਦੇ ਅਨੁਗਾਮੀ ਸ਼ਾਂਤ ਮਨ ਦੇ ਨਾਲ ਸ਼ਹਾਦਤ ਦਾ ਜਾਮ ਪੀਂਦੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਜਪਜੀ ਸਾਹਿਬ ਦਾ ਪਾਠ ਕਰਦੇ ਨੇ। ਜਲਾਦਾ ਨੂੰ ਲੱਗਦਾ ਰਿਹਾ ਕਿ ਸ਼ਾਇਦ ਬੰਦ ਕਰਦਾ ਦੇਖ ਕੇ ਸ਼ਾਇਦ ਉਬਲਦੀਆਂ ਦੇਗਾਂ ਦੇ ਵਿੱਚ ਆਪਣੇ ਸ਼ਿਸ਼ ਦੇ ਦਰਦ ਨੂੰ ਦੇਖ ਕੇ ਔਰ ਗੁਰੂ ਤੇਗ ਬਹਾਦਰ ਡੋਲ ਜਾਣਗੇ। ਗੁਰੂ ਤੇਗ ਬਹਾਦਰ ਨਹੀਂ ਡੋਲੇ। ਉਹ ਅਕਾਲ ਪੁਰਖ ਤੇ ਇੱਕ ਆਪਣਾ ਵਿਸ਼ਵਾਸ ਕਰਕੇ ਅਕਾਲ ਪੁਰਖ ਦੀ ਆਰਾਧਨਾ ਕਰਦੇ ਰਹੇ। ਇਹ ਬਹੁਤ ਵੱਡਾ ਮਨੋਵਿਗਿਆਨ ਔਰ ਉਸ ਮਨੋਵਿਗਿਆਨ ਦਾ ਭਾਰਤੀ ਲੋਕਾਂ ਦੇ ਉੱਤੇ, ਏਸ਼ੀਆ ਦੇ ਲੋਕਾਂ ਦੇ ਉੱਤੇ ਕੀ ਅਸਰ ਹੋਇਆ ਕਿ ਲੋਕਾਂ ਨੂੰ ਇਹ ਸਮਝ ਆ ਗਈ ਦੇਹ ਤੇ ਨਸ਼ਵਰ। ਇਹ ਆਤਮਾ ਦੇ ਬਲ ਦੇ ਨਾਲ ਧਰਮ ਪਰਿਵਰਤਨ ਨੂੰ ਰੋਕਿਆ ਜਾ ਸਕਦਾ ਹੈ। ਆਤਮ ਬਲ ਦੇ ਨਾਲ ਸਮਾਜ ਨੂੰ ਸੁਖਾਵਾ ਬਣਾਇਆ ਜਾ ਸਕਦਾ ਹੈ ਔਰ ਆਤਮ ਬਲ ਦੇ ਨਾਲ ਦੇਹ ਦੀਆਂ ਜ਼ਰੂਰਤਾਂ ਤੋਂ ਉੱਪਰ ਉੱਠਿਆ ਜਾ ਸਕਦਾ ਹੈ। ਇਹ ਕਿੰਨਾ ਵੱਡਾ ਸੰਦੇਸ਼ ਅੱਜ ਜਿਸ ਵੇਲੇ ਸੁਪਰਮੈਨ ਦੇ ਬਾਰੇ ਅਰਵਿੰਦੋ ਘੋਸ਼ ਲਿਖ ਰਿਹਾ ਸੀ ਕਿ ਇਹ ਸੁਪਰਮੈਨ ਕੌਣ ਨੇ, ਇਹ ਮਹਾਪੁਰਖ ਦਾ ਸੰਕਲਪ ਕੀ ਹੈ, ਤਾਂ ਅਰਵਿੰਦੋ ਆਪਣੇ ਇੱਕ ਨਿਬੰਧ ਵਿੱਚ ਲਿਖਦੇ ਨੇ ਕਿ ਜਿਹੜੇ ਮਹਾਪੁਰਖ ਦਾ ਬਿੰਬ ਮੈਂ ਆਪਣੀਆਂ ਰਚਨਾਵਾਂ ਦੇ ਵਿੱਚ ਪੇਸ਼ ਕਰ ਰਿਹਾ ਉਹਨਾਂ ਰਚਨਾਵਾਂ ਦੇ ਵਿੱਚ ਜੇ ਕੋਈ ਬਹੁਤ ਵੱਡਾ ਆਦਰਸ਼ ਮਹਾਪੁਰਖ ਸੁਪਰਮੈਨ ਦਾ ਆਦਰਸ਼ ਪੁਰਖ ਦਾ ਬਿੰਬ ਜੇ ਮੈਂ ਕੋਈ ਉਦਾਹਰਨ ਦੇਣੀ ਚਾਹਾਂ ਤਾਂ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੀ ਉਦਾਹਰਨ ਇਹ ਇੰਡੀਅਨ ਫਿਲਾਸਫੀ ਨੂੰ ਇੱਕ ਨਵੇਂ ਮੋੜ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਲੈ ਆਏ। ਔਰ ਤੁਸੀਂ ਦੇਖੋ ਹੁਣੇ ਅਸੀਂ ਅਰਦਾਸ ਦੀ ਗੱਲ ਕਰਦੇ ਹਾਂ, ਤੇਗ ਬਹਾਦਰ ਸਿਮਰਿਏ ਕਰ ਨੌ ਨਿਤ ਆਏ ਤਾਏ ਹੁੰਦਾ ਭੱਜ ਕੇ ਬਿਨਾਂ ਰੁਕਾਵਟਾਂ ਦੇ ਕੋਈ ਚੀਜ਼ ਪ੍ਰਾਪਤ ਹੋ ਜਾਏ। ਗੁਰੂ ਤੇਗ ਬਹਾਦਰ ਨੂੰ ਆਪਣੀ ਸਮ੍ਰਿਤੀ ਵਿੱਚ ਲਿਆਉਣ ਦਾ ਅਰਥ ਹੈ ਨੌ ਨਿਤੀਆਂ ਦੀ ਪ੍ਰਾਪਤੀ ਕਰਨੀ। ਜੇ ਤੁਸੀਂ ਭਾਰਤੀ ਅਧਿਆਤਮਕ ਇਤਿਹਾਸ ਵਿੱਚ ਨੌ ਨਿਤੀਆਂ ਬਾਰੇ ਪੜ੍ਹੋ ਤਾਂ ਉਹਨਾਂ ਨੌ ਨਿਤੀਆਂ ਨੂੰ ਪ੍ਰਾਪਤ ਕਰਨ ਵਾਸਤੇ ਲੋਕ ਜੰਗਲਾਂ ਵਿੱਚ ਭਟਕਦੇ, ਸਿਰ ਮੂੰਹ ਬਣਾ ਕੇ ਸੰਨਿਆਸ ਧਾਰਨ ਕਰਕੇ ਉੱਠੇ ਲਟਕਦੇ ਨੇ ਤਾਂ ਕਿ ਨੌ ਨਿਧੀਆਂ ਪ੍ਰਾਪਤ ਹੋ ਜਾਣ। ਔਰ ਇਥੋਂ ਤੱਕ ਕਿ ਆਪਣੀ ਦੇਹ ਨੂੰ ਤਰ੍ਹਾਂ ਦੇ ਕਸ਼ਟ ਦਿੰਦੇ ਨੇ। ਪਰ ਸਾਡੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਕੀ ਆਸ਼ੀਰਵਾਦ ਹੈ ਕਿ ਉਹਨਾਂ ਨੂੰ ਆਪਣੀ ਸਮ੍ਰਿਤੀ ਵਿੱਚ ਜਦੋਂ ਅਸੀਂ ਲੈ ਆਉਂਦੇ ਹਾਂ ਤੇ ਸਾਨੂੰ ਨੌ ਨਿਧੀਆਂ ਪ੍ਰਾਪਤ ਹੋ ਜਾਣ। ਇਹ ਗੁਰੂ ਤੇਗ ਬਹਾਦਰ ਦੀ ਭਾਰਤੀ ਭਗਤੀ ਸਾਹਿਤ ਦੇ ਵਿੱਚ ਇੱਕ ਨਵੀਂ ਚੇਤਨਾ ਜਗਾਈ ਉਹਨਾਂ ਨੇ ਕਿ ਕੁਝ ਦੁਨਿਆਵੀ ਕੁਝ ਭੌਤਿਕ ਪਰਾਭੌਤਿਕ ਪ੍ਰਾਪਤ ਕਰਨ ਵਾਸਤੇ ਉਹ ਰਾਹ ਦੂਜੇ ਨੇ। ਇਹ ਨੌ ਨਿਧੀਆਂ ਕੀ ਨੇ? ਇਹ ਜ਼ਿੰਦਗੀ ਜਿਉਣ ਦੀ ਜਾਂਚ ਹੈ। ਇਹ ਨੌ ਨਿਧੀਆਂ ਕੀ ਨੇ? ਤਿਆਗ ਹੈ, ਸੇਵਾ ਹੈ, ਭਾਈਚਾਰਾ ਹੈ, ਬਰਾਬਰੀ ਦਾ ਸਮਾਜ ਪੈਦਾ ਕਰਨਾ ਹੈ ਤੇ ਬਿਨਾਂ ਕਿਸੇ ਲੋਭ ਲਾਲਚ ਤੋਂ ਇੱਕ ਅਜਿਹੇ ਸਮਾਜ ਦੀ ਸਿਰਜਣਾ ਕਰਨੀ ਹੈ ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਵਿਤਕਰਾ ਨਾ ਹੋਵੇ। ਇਹ ਨੌ ਨਿਧੀਆਂ ਨੇ। ਇਹਨਾਂ ਨੌ ਨਿਧੀਆਂ ਨੂੰ ਗੁਰੂ ਜਦੋਂ ਤੇਗ ਬਹਾਦਰ ਜੀ ਨੂੰ ਸਿਮਰਨ ਕਰਦੇ ਹਾਂ, ਸਿਮਰਨ ਦਾ ਅਰਥ ਕੀ ਹੈ ਕਿ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣਾ, ਉਹਨਾਂ ਦੀ ਦਿੱਤੀ ਹੋਈ ਕੁਰਬਾਨੀ ਦੇ ਅਰਥਾਂ ਨੂੰ ਸਮਝਣਾ, ਉਹਨਾਂ ਵੱਲੋਂ ਦਿਖਾਏ ਗਏ ਮਾਰਗ ਦੇ ਉੱਪਰ ਚੱਲ ਕੇ ਆਪਣੇ ਮਨੁੱਖੀ ਜੀਵਨ ਨੂੰ ਸਹੀ ਦਿਸ਼ਾ ਦੇ ਵਿੱਚ ਲੈ ਜਾਣਾ। ਤੁਸੀਂ ਦੇਖੋ ਕਿ ਜਿੱਥੇ ਨੌ ਨਿਧੀਆਂ ਦੀ ਗੱਲ ਹੈ, ਜੀਵ ਇਸ ਸੰਸਾਰ ਤੋਂ ਚਲੇ ਜਾਂਦਾ ਹੈ, ਘਰ ਦੇ ਵਿੱਚ ਸੋਗ ਪੈਦਾ ਹੋ ਜਾਂਦਾ ਹੈ। ਫਿਰ ਕੀ ਹੁੰਦਾ ਹੈ? ਨੌਵੇਂ ਮਹੱਲੇ ਦੇ ਸਲੋਕ ਸਾਨੂੰ ਮੁੜ ਤੋਂ ਜ਼ਿੰਦਗੀ ਦੇ ਸੰਘਰਸ਼ਮਈ ਰਾਹ ਉੱਪਰ ਤੋਰ ਦਿੰਦੇ ਨੇ। ਗੁਰੂ ਤੇਗ ਬਹਾਦਰ ਦੀ ਬਾਣੀ ਵਿੱਚ ਵੈਰਾਗ ਹੈ, ਪਰ ਉਹ ਵੈਰਾਗ
ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਤੁਸੀਂ ਪੜ੍ਹੋ, ਹਰ ਸ਼ਲੋਕ ਇੱਕ ਪਰਿਭਾਸ਼ਾ ਹੈ, ਹਰ ਸ਼ਲੋਕ ਦੇ ਵਿੱਚ ਡੈਫੀਨੇਸ਼ਨ ਕੀ ਹੈ, ਜ਼ਿੰਦਗੀ ਕੀ ਹੈ, ਮੌਤ ਕੀ ਹੈ, ਸ੍ਰਿਸ਼ਟੀ ਕੀ ਹੈ, ਸੱਚ ਕੀ ਹੈ, ਤਿਆਗ ਕੀ ਹੈ, ਮਨੁੱਖੀ ਜੀਵਨ ਕੀ ਹੈ, ਆਤਮਾ ਪਰਮਾਤਮਾ ਕੀ ਹੈ, ਜੀਵ ਕੀ ਹੈ। ਇਹ 57 ਸ਼ਲੋਕ ਮੈਨੂੰ ਤਾਂ ਕਈ ਵਾਰੀ ਲੱਗਦਾ ਹੈ ਕਿ ਜਿਹੜਾ ਭਾਰਤੀ ਅਧਿਆਤਮਿਕ ਚਿੰਤਨ ਹੈ, ਉਪਨਿਸ਼ਦਾਂ ਦਾ ਚਿੰਤਨ ਹੈ, ਵੇਦਾਂ ਦਾ ਚਿੰਤਨ ਹੈ, ਗੁਰੂ ਤੇਗ ਬਹਾਦਰ ਨੇ ਇੱਕ ਸ਼ਲੋਕ ਦੇ ਵਿੱਚ ਉਸ ਦੇ ਰਹੱਸ ਨੂੰ, ਮਰਮ ਨੂੰ ਬੰਨ੍ਹ ਕੇ ਰੱਖ ਦਿੱਤਾ ਤੇ ਭਾਰਤੀ ਜਗਿਆਸੂਆਂ ਦੇ ਸਾਹਮਣੇ ਉਹਨਾਂ ਦੀ ਇੱਕ ਨਵੀਆਂ ਪਰਿਭਾਸ਼ਾਵਾਂ ਸਿਰਜਿਤ ਕੀਤੀਆਂ, ਜਿਹੜੀਆਂ ਸਾਨੂੰ ਮੁੜ ਤੋਂ ਜ਼ਿੰਦਗੀ ਦੇ ਸੰਘਰਸ਼ ਵਿੱਚ ਦੁਬਾਰਾ ਤੁਰਨ ਲਈ ਇੱਕ ਹੁਲਾਰਾ, ਇੱਕ ਪ੍ਰੇਰਨਾ ਦਿੰਦੀਆਂ। ਇਸ ਕਰਕੇ ਗੁਰੂ ਸਾਹਿਬ ਦੀ ਬਾਣੀ, ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਜ਼ਿੰਦਗੀ ਦੇ ਉਹਨਾਂ ਪੜਾਵਾਂ ਨੂੰ, ਸੰਘਰਸ਼ਮਈ ਪੜਾਵਾਂ ਨੂੰ ਮੁੜ ਤੋਂ ਸਾਡੀ ਜ਼ਿੰਦਗੀ ਦੀ ਧੜਕਣ ਦੇ ਨਾਲ ਜੋੜਦੇ ਨੇ, ਸਾਨੂੰ ਨਿਰਾਸ਼ਾ ਦੇ ਵਿੱਚੋਂ ਆਸ਼ਾ ਦੇ ਪੱਖ ਵੱਲ ਲੈ ਕੇ ਜਾਂਦੇ ਨੇ, ਸਾਨੂੰ ਡਿੱਗੀ ਹੋਈ ਸਾਡੀ ਮਾਨਸਿਕਤਾ ਤੋਂ ਚੜ੍ਹਦੀ ਕਲਾ ਵੱਲ ਲੈ ਕੇ ਜਾਂਦੇ ਨੇ। ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਇਹ ਸੰਦੇਸ਼ ਕੋਈ ਮਾਮੂਲੀ ਸੰਦੇਸ਼ ਨਹੀਂ। ਅੱਜ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਸੋਚਦੇ ਹਾਂ ਤਾਂ ਇੱਕ ਕਿੰਨੀ ਵੱਡੀ ਗੱਲ ਉਹਨਾਂ ਨੇ ਕੀਤੀ। ਜੇ ਮੈਂ ਸਾਹਿਤ ਦੇ ਵਿਦਿਆਰਥੀ ਹੋਣ ਦੇ ਨਾਤੇ ਇਹ ਗੱਲ ਕਰਨੀ ਚਾਹੁੰਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ 22 ਹੁਕਮਨਾਮੇ ਲਿਖੇ। ਡਾਕਟਰ ਗੰਡਾ ਸਿੰਘ ਨੇ ਉਹ ਕਿਤਾਬ ਦਾ ਸੰਪਾਦਨ ਕੀਤਾ ਹੈ ਕਿ ਉਹਦੇ ਵਿੱਚ 22 ਹੁਕਮਨਾਮਿਆਂ ਦੀ ਉਹਨਾਂ ਨੇ ਵਿਸ਼ਲੇਸ਼ਣ ਵੀ ਕੀਤਾ ਤੇ ਉਹਨਾਂ ਹੁਕਮਨਾਮਿਆਂ ਦੀ ਕਾਪੀ ਵੀ ਦਿੱਤੀ। ਇਹ ਵੀ ਇੱਕ ਬਹੁਤ ਵੱਡੀ ਸਾਹਿਤਕ ਵਰਗੀ ਭਾਰਤੀ ਸਾਹਿਤ ਦੇ ਵਿੱਚ ਕਵਿਤਾ ਲਿਖੀ ਜਾਂਦੀ ਸੀ। ਗੁਰੂ ਤੇਗ ਬਹਾਦਰ ਸਾਹਿਬ ਨੇ ਬ੍ਰਜ ਭਾਸ਼ਾ ਦੇ ਵਿੱਚ ਪ੍ਰੋਜ਼ ਲਿਖੀ, ਗਦ ਲਿਖਿਆ, ਗਲਪ ਲਿਖਿਆ ਤੇ ਭਾਰਤੀ ਜਨਤਾ ਨੂੰ ਇੱਕ ਨੈਤਿਕਤਾ ਦਾ ਸੰਦੇਸ਼, ਇੱਕ ਦਰਸ਼ਨ ਦਾ ਸੰਦੇਸ਼ ਉਹ ਆਪਣੇ ਹੁਕਮਨਾਮਿਆਂ ਦੇ ਵਿੱਚ ਦਰਜ ਕੀਤਾ। ਅੱਜ ਜਿਹੜਾ ਭਾਰਤੀ ਸਾਹਿਤ ਦਾ ਇਤਿਹਾਸ ਲਿਖਿਆ ਜਾ ਰਿਹਾ ਹੈ ਉਹਦੇ ਵਿੱਚ ਇਹ ਅੰਡਰਲਾਈਨ ਕੀਤਾ ਜਾਂਦਾ ਹੈ ਕਿ ਉੱਤਰ ਮੱਧ ਕਾਲ ਦੇ ਗੁਰੂ ਤੇਗ ਬਹਾਦਰ ਸਾਹਿਬ ਪਹਿਲੇ ਮਹਾਂਪੁਰਖ ਨੇ ਜਿਨ੍ਹਾਂ ਨੇ ਬ੍ਰਜ ਭਾਸ਼ਾ ਦੇ ਵਿੱਚ ਗਦ ਲਿਖਿਆ, ਜਿਨ੍ਹਾਂ ਨੇ ਪ੍ਰੋਜ਼ ਲਿਖੀ ਤੇ ਅੱਜ ਭਾਰਤੀ ਸਾਹਿਤ ਦਾ ਇਤਿਹਾਸ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਉਹਨਾਂ ਦੇ ਹੁਕਮਨਾਮਿਆਂ ਤੋਂ ਬਿਨਾਂ ਸੰਪੂਰਨ ਨਹੀਂ ਹੁੰਦਾ। ਇਸ ਲਈ ਗਦ ਦੇ ਖੇਤਰ ਵਿੱਚ ਔਰ ਉਹ ਸਾਰੇ ਹੁਕਮਨਾਮੇ ਪੜੋ, ਉਹਦੇ ਚ ਕਿੰਨੀ ਤਰ੍ਹਾਂ ਦੀਆਂ ਸੂਚਨਾਵਾਂ, ਕਿੰਨੀ ਤਰ੍ਹਾਂ ਦਾ ਇਤਿਹਾਸ ਪਿਆ। ਮੈਂ ਉਹਨਾਂ ਦੇ ਹੁਕਮਨਾਮੇ ਦੇਖ ਰਿਹਾ, ਉਹ ਉਹਨਾਂ ਹੁਕਮਨਾਮਿਆਂ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਕਿਹੜੀ ਵਸਤੂ ਕਿਸ ਇਲਾਕੇ ਦੇ ਵਿੱਚ ਪੈਦਾ ਹੋਈ। ਇੱਕ ਹੁਕਮਨਾਮੇ ਦੇ ਲਿਖਦੇ ਨੇ ਕਿ ਤੁਸੀਂ ਬਨਾਰਸ ਦੀ ਸੰਗਤ ਜਦੋਂ ਪਟਨੇ ਜਾਏ ਤਾਂ ਉਹਨਾਂ ਪਟਨੇ ਦੇ ਸਿੰਘਾਂ ਵਾਸਤੇ ਉਹ ਬਨਾਰਸ ਦੀਆਂ ਇਹ ਵਸਤੂਆਂ ਨਾਲ ਲੈ ਕੇ, ਮੁਰਾਦਾਬਾਦ ਦੀ ਸੰਗਤ ਨੂੰ ਕਹਿੰਦੇ ਨੇ ਕਿ ਜਦੋਂ ਤੁਸੀਂ ਬਨਾਰਸ ਜਾਣਾ ਹੈ ਤਾਂ ਤੁਸੀਂ ਆਪਣੇ ਇਸ ਇਲਾਕੇ ਦੇ ਭਾਂਡੇ ਲੈ ਕੇ ਉਸ ਸੰਗਤ ਵਾਸਤੇ ਜਾਓ। ਇਹ ਟ੍ਰੇਡ ਦੀਆਂ ਜਿਹੜੀਆਂ ਰਮਜ਼ਾਂ ਨੇ, ਉਸ ਵੇਲੇ ਜੋ ਕੁਝ ਭਾਰਤੀ ਸੱਭਿਆਚਾਰ ਵਿੱਚ, ਭਾਰਤੀ ਅਰਥਚਾਰਾ, ਭਾਰਤ ਦੀਆਂ ਜਿਹੜੀ ਖਾਸ ਤਰ੍ਹਾਂ ਦੀ ਲੋਕ ਜ਼ਿੰਦਗੀ ਦੀ ਰੰਗਤ ਸੀ, ਉਹ ਸਾਨੂੰ ਉਹਨਾਂ ਦੇ ਹੁਕਮਨਾਮਿਆਂ ਵਿੱਚ ਮਿਲਦੀ। ਇਸ ਲਈ ਇੱਕ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੋਰ ਏਸ਼ੀਆ ਦੇ ਦੇਸ਼ਾਂ ਨੂੰ ਰਾਹ ਦਿਖਾਉਂਦੀ ਹੈ ਤੇ ਦੂਜੇ ਪਾਸੇ ਉਹਨਾਂ ਦੇ ਹੁਕਮਨਾਮੇ ਸਾਡੇ ਹਿੰਦੁਸਤਾਨ ਦੀ ਅੰਦਰੂਨੀ ਸੰਸਕ੍ਰਿਤੀ ਦਾ ਬਹੁਤ ਵੱਡਾ ਦਰਪਣ ਹੈ। ਔਰ ਉਸ ਦਰਪਣ ਦੇ ਵਿੱਚ ਅਸੀਂ ਉਸ ਵੇਲੇ ਉੱਤਰ ਮੱਧ ਕਾਲ ਦੇ ਸਮਾਜਿਕ ਰਿਸ਼ਤਿਆਂ ਨੂੰ, ਉੱਤਰ ਮੱਧ ਕਾਲ ਦੇ ਸੱਭਿਆਚਾਰਕ ਰਿਸ਼ਤਿਆਂ ਨੂੰ, ਉੱਤਰ ਮੱਧ ਕਾਲ ਦੇ ਇੱਕ ਪੂਰੀ ਜਿਹੜੀ ਇੱਕ ਜਾਗ੍ਰਿਤੀ ਆ ਰਹੀ ਸੀ, ਜਿਹੜੀ ਇੱਕ ਸਿੱਖ ਲਹਿਰ ਤਿਆਰ ਹੋ ਰਹੀ ਸੀ, ਉਸ ਸਿੱਖ ਲਹਿਰ ਦੇ ਕਈ ਸੰਦਰਭ ਸਾਨੂੰ ਮਿਲਦੇ ਨੇ। ਤੇ ਬਾਅਦ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ
ਖਾਲਸੇ ਦੀ ਸਿਰਜਣਾ ਕੀਤੀ ਤਾਂ ਇਹ ਸੰਦਰਭ, ਇਹ ਗੁਰੂ ਤੇਗ ਬਹਾਦਰ ਜੀ ਦੇ ਸੰਕੇਤ ਇੱਕ ਵਡਮੁੱਲੀ ਅਦੁੱਤੀ ਵਿਲੱਖਣ ਦੇਣ ਬਣ ਕੇ ਖਾਲਸੇ ਦੀ ਸਿਰਜਣਾ ਦੇ ਵਿੱਚ ਸਹਾਇਕ ਹੋਈ। ਇਸ ਲਈ ਅੱਜ ਜੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਨੇ ਆ ਤਾਂ ਅਸੀਂ ਏਸ਼ੀਆ ਦੇ ਉਸ ਖਿੱਤੇ ਨੂੰ ਯਾਦ ਕਰਦੇ ਆ ਜਿਸ ਖਿੱਤੇ ਨੂੰ ਗੁਰੂ ਸਾਹਿਬ ਦੀ ਬਾਣੀ ਨੇ ਕਦੀ ਝੰਜੋੜਿਆ ਸੀ। ਉਹਨਾਂ ਦੀਆਂ ਵੰਗਾਰਾਂ ਦੇ ਉੱਤਰ ਆਪਣੀ ਬਾਣੀ ਵਿੱਚ ਦਰਜ ਕੀਤੇ ਸੀ। ਅਸੀਂ ਉਸ ਭਾਰਤੀ ਸੱਭਿਆਚਾਰ ਨੂੰ, ਪੰਜਾਬੀਅਤ ਨੂੰ, ਪੰਜਾਬ ਨੂੰ, ਪੰਜਾਬੀ ਭਾਸ਼ਾ ਦੇ ਉਹਨਾਂ ਸੰਦਰਭਾਂ ਨੂੰ ਮੁੜ ਤੋਂ ਆਪਣੇ ਜ਼ਹਿਨ ਵਿੱਚ ਲਾਉਂਦੇ ਆ ਜਿਨ੍ਹਾਂ ਦੇ ਕਰਕੇ ਇੱਕ ਨਵੀਂ ਜਾਗ੍ਰਿਤੀ ਚੇਤਨਾ ਸਾਡੇ ਪੰਜਾਬ ਦੇ ਵਿੱਚ ਪੈਦਾ ਹੋਈ ਤੇ ਖਾਲਸੇ ਦੀ ਸਿਰਜਣਾ ਦੇ ਨਾਲ ਨਾਲ ਉਸ ਦਾ ਪ੍ਰਭਾਵ ਸਾਨੂੰ ਦੇਸ਼ ਦੀ ਸੁਤੰਤਰਤਾ ਦੇ ਕਈ ਸੰਦਰਭਾਂ ਵਿੱਚ ਮਿਲਿਆ। ਏਸ਼ੀਆ ਦੇ ਦੇਸ਼ ਤਾਂ ਇੱਥੋਂ ਕਹਿੰਦੇ ਨੇ ਕਿ ਸਾਡੇ ਅੰਦਰ ਆਜ਼ਾਦੀ ਦੀ ਤੜਪ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੇ ਪਾਈ। ਇਹ ਜਿਹੜੀ ਤੜਪ ਹੈ, ਔਰ ਸਭ ਤੋਂ ਵੱਡੀ ਗੱਲ ਤੁਸੀਂ ਅੱਜ ਦੇਖੋ ਕਿ ਗੁਰੂ ਤੇਗ ਬਹਾਦਰ ਨੇ ਭੈ ਦੀ ਰਾਜਨੀਤੀ ਤੋਂ ਮੁਕਤ, ਭੈ ਕਾਹੂ ਕੋ ਦੇਤ ਨਾ ਭੈ ਮਾਨਤ ਆਨ। ਗੁਰੂ ਜੀ ਅੱਜ ਤੁਸੀਂ ਦੇਖੋ ਕੀ ਹੋ ਰਿਹਾ ਹੈ। ਵੱਡਾ ਦੇਸ਼ ਛੋਟੇ ਦੇਸ਼ ਨੂੰ ਡਰਾ ਰਿਹਾ ਹੈ। ਔਰ ਡਰ ਕੀ ਹੈ ਕਿ ਆਰਥਿਕ ਪਾਬੰਦੀ ਲਾਈ ਜਾਵੇ। ਡਰ ਕੀ ਹੈ ਕਿ ਬਹੁਤ ਸਾਰੇ ਹਥਿਆਰ ਸਪਲਾਈ ਨਹੀਂ ਕੀਤੇ ਜਾਣਗੇ। ਇਹ ਦੁਨੀਆ ਦੀ ਇੱਕ ਡਰ ਦੀ ਰਾਜਨੀਤੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ 400 ਵਰੇ ਪਹਿਲਾਂ, ਅੱਜ ਅਸੀਂ 400ਵਾਂ ਪ੍ਰਕਾਸ਼ ਉਤਸਵ ਮਨਾ ਰਹੇ ਹਾਂ, ਉਹਨਾਂ ਦੀ ਆਮਦ ਦੇ ਨਾਲ ਕੀ ਹੋਇਆ? ਉਹਨਾਂ ਦੀ ਆਮਦ ਦਾ ਸਭ ਤੋਂ ਵੱਡਾ ਜ਼ਰੂਰੀ ਬਾਰੀਕ ਨੁਕਤਾ ਉਹਨਾਂ ਨੇ ਦੁਨੀਆ ਦੇ ਸਾਹਮਣੇ ਰੱਖਿਆ ਕਿ ਨਾ ਕਿਸੇ ਕੋਲੋਂ ਡਰੋ ਤੇ ਨਾ ਕਿਸੇ ਨੂੰ ਡਰਾਓ। ਇਹ ਮਨੁੱਖੀ ਅਧਿਕਾਰ ਦਾ ਇੱਕ ਚੈਪਟਰ ਗੁਰੂ ਤੇਗ ਬਹਾਦਰ ਦੀ ਬਾਣੀ ਨੇ ਉਸ ਵੇਲੇ ਰੱਖ ਕੇ ਦੁਨੀਆ ਦੇ ਸਾਹਮਣੇ ਰੱਖ ਦਿੱਤਾ ਸੀ, ਜਿੰਦਾ ਅੱਜ ਅਨੁਕਰਨ UNO ਕਰ ਰਿਹਾ। ਕਿਉਂ ਕਿ ਭੈ ਕਾਹੂ ਕੋ ਦੇਤ ਨਾ ਭੈ ਮਾਨਤ ਆਨ। ਥੋੜੀ ਤੁਸੀਂ ਦੁਨੀਆ ਦੀ ਰਾਜਨੀਤੀ ਅੱਜ ਅਧਿਐਨ ਕਰੋ ਤਾਂ ਇਹ ਭੈ ਦੀ ਰਾਜਨੀਤੀ ਦੇ ਕਰਕੇ ਦੁਨੀਆ ਵਿੱਚ ਉਥਲ ਪੁਥਲ ਹੋ ਰਹੀ ਹੈ। ਤੇ ਗੁਰੂ ਜੀ ਨੇ ਤੇ ਬਹੁਤ ਪਹਿਲਾਂ ਕਿਹਾ ਕਿ ਇਹ ਜਿਹੜਾ ਕਾਰਜ ਹੈ, ਭੈ ਦੇਣਾ ਤੇ ਭੈ ਮੰਨਣਾ, ਇਹ ਸੰਤੁਲਿਤ ਜੀਵਨ ਦੇ ਵਿੱਚ ਇੱਕ ਉਲਾਰ ਪੈਦਾ ਕਰਦਾ ਹੈ ਤੇ ਮਨੁੱਖੀ ਅਧਿਕਾਰਾਂ ਦੇ ਪ੍ਰਤੀ ਜੇ ਅੱਜ ਵਿਸ਼ਵ ਚੇਤਨ ਹੋ ਰਿਹਾ ਹੈ ਤੇ ਜੇ ਮਨੁੱਖੀ ਅਧਿਕਾਰਾਂ ਦਾ ਇਤਿਹਾਸ ਲਿਖਿਆ ਜਾਵੇ ਤਾਂ ਜਿਹੜਾ ਇੱਕ ਸੁਨਹਿਰੀ ਅਧਿਆਇ ਹੋਵੇਗਾ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ। ਹਿਊਮਨ ਰਾਈਟਸ ਦੇ ਪ੍ਰਤੀ ਜਿੰਨੀ ਜਾਗਰੂਕਤਾ ਗੁਰੂ ਸਾਹਿਬ ਦੀ ਆਪਣੀ ਨਿੱਜੀ ਜ਼ਿੰਦਗੀ ਵਿੱਚ ਸੀ, ਗੁਰੂ ਸਾਹਿਬ ਦੀ ਕੁਰਬਾਨੀ ਵਿੱਚ ਸੀ, ਗੁਰੂ ਸਾਹਿਬ ਦੇ ਸੰਦੇਸ਼ ਵਿੱਚ ਸੀ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਵਿੱਚ, ਉਹ ਚੇਤਨਤਾ ਸਾਨੂੰ ਉੱਤਰ ਮੱਧ ਕਾਲ ਦੇ ਵਿੱਚ ਕਿਸੇ ਵੀ ਵੱਡੇ ਬਾਣੀਕਾਰ ਦੀ ਬਾਣੀ ਵਿੱਚ ਨਹੀਂ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਨਾ ਇੱਕ ਬਹੁਤ ਵੱਡੀ ਸੰਸਕ੍ਰਿਤੀ, ਇੱਕ ਬਹੁਤ ਵੱਡੀ ਸਭਿਅਤਾ, ਇੱਕ ਬਹੁਤ ਵੱਡੀ ਵਿਸ਼ਵ ਸੋਚ ਦੇ ਹਾਣ ਦਾ ਆਪਣੇ ਆਪ ਨੂੰ ਬਣਾਉਣ ਦੇ ਬਰਾਬਰ ਹੈ। ਇਹ ਇੱਕ ਬੜਾ ਸ਼ੁਭ ਕਾਰਜ ਹੈ ਕਿ ਗੁਰੂ ਜੀ ਦੀ ਬਾਣੀ ਦੇ ਰਹੱਸ ਤੱਕ ਪਹੁੰਚਣਾ, ਉਹਨਾਂ ਦੇ ਅੱਗੇ ਨਤਮਸਤਕ ਹੋਣਾ। ਮੈਂ ਦੁੱਗਲ ਸਾਹਿਬ ਦਾ ਤੇ ਦੁੱਗਲ ਸਾਹਿਬ ਦੀ ਪੂਰੀ ਟੀਮ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੌਕਾ ਦਿੱਤਾ ਕਿ ਅਸੀਂ ਸਾਰੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ ਨਤਮਸਤਕ ਹੋ ਸਕੀਏ। ਉਸ ਮਹਾਨ ਗੁਰੂ ਨੂੰ ਆਪਣੀ ਸ਼ਰਧਾ ਤੇ ਆਪਣੇ ਚਿੰਤਨ ਦੇ ਵਿੱਚ ਵਸਾਈਏ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਸਰ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਸਾਨੂੰ ਆਪਣਾ ਕੀਮਤੀ ਸਮਾਂ ਬਖਸ਼ਿਆ ਤੇ ਗੁਰੂ ਸਾਹਿਬ ਦੇ ਬਾਰੇ ਵਿਸਤਾਰਪੂਰਵਕ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਮੈਂ ਆਪ ਜੀ ਦੇ ਨਾਲ 100% ਇਸ ਗੱਲ ਦੀ ਸਹਿਮਤ ਹਾਂ ਜਿਸ ਵੇਲੇ ਤੁਸੀਂ ਇਹ ਗੱਲ ਕੀਤੀ ਕਿ ਪੁਰਾਣੇ ਸਮੇਂ ਦੇ ਵਿੱਚ ਗੁਰੂ ਸਾਹਿਬ ਜਿੱਥੇ-ਜਿੱਥੇ ਵੀ ਗਏ
ਜੇ ਉੱਥੇ ਨਸ਼ਿਆਂ ਦੀ ਖੇਤੀ ਹੋ ਰਹੀ ਸੀ ਤਾਂ ਉਸ ਵੇਲੇ ਦੇ ਲੋਕਾਂ ਨੇ ਵੀ ਗੁਰੂ ਸਾਹਿਬ ਦੇ ਵਿਚਾਰਾਂ ਨੂੰ ਮੰਨ ਕੇ ਉਸ ਵੇਲੇ ਨਸ਼ਿਆਂ ਨੂੰ ਤਿਆਗ ਦਿੱਤਾ ਤੇ ਅੱਜ ਵੀ ਉਹ ਗੁਰੂ ਸਾਹਿਬ ਦੇ ਜੀਵਨ ਤੇ ਉਹਨਾਂ ਦੀਆਂ ਸਿੱਖਿਆਵਾਂ ਦੇ ਉੱਪਰ ਚੱਲਦੇ ਨੇ, ਉਹਨਾਂ ਨੂੰ ਆਰਾਧਦੇ ਨੇ। ਤਾਂ ਫਿਰ ਅਸੀਂ ਇਦਾਂ ਕਿਉਂ ਨਹੀਂ ਕਰ ਸਕਦੇ? ਇਹ ਬੜੀ ਵੱਡੀ ਲੋੜ ਹੈ। ਸੋ ਆਓ ਅਸੀਂ ਸਾਰੇ ਗੁਰੂ ਸਾਹਿਬ ਦੇ ਜੀਵਨ, ਉਹਨਾਂ ਦੀਆਂ ਰਚਨਾਵਾਂ, ਉਹਨਾਂ ਦੀਆਂ ਸਿੱਖਿਆਵਾਂ ਤੋਂ ਸੇਧ ਲਈਏ ਤਾਂ ਕਿ ਸਾਡਾ ਜੀਵਨ ਵੀ ਸਫਲ ਹੋ ਸਕੇ। ਤੁਹਾਡਾ ਸਰ ਬਹੁਤ ਬਹੁਤ ਧੰਨਵਾਦ। ਮੈਂ ਆਪਣੇ ਕਾਲਜ ਦੇ OSD ਸਰ ਡਾਕਟਰ ਕਮਲੇਸ਼ ਸਿੰਘ ਦੁੱਗਲ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਦੀ ਯੋਗ ਅਗਵਾਈ ਵਿੱਚ ਸਾਨੂੰ ਅਜਿਹੇ ਪ੍ਰੋਗਰਾਮ ਕਰਨ ਦਾ ਮੌਕਾ ਮਿਲਿਆ। ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵੈਬੀਨਾਰ ਦੇ ਵਿੱਚ ਹਿੱਸਾ ਲੈ ਰਹੇ ਵੱਖ-ਵੱਖ ਕਾਲਜਸ ਦੇ ਫੈਕਲਟੀ ਮੈਂਬਰਸ ਅਤੇ ਵਿਦਿਆਰਥੀਆਂ ਦਾ ਵੀ ਬਹੁਤ-ਬਹੁਤ ਧੰਨਵਾਦ, ਕਿਉਂਕਿ ਆਪ ਜੀ ਵਰਗੇ ਫੈਕਲਟੀ ਮੈਂਬਰਸ ਤੇ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਹੀ ਇਸ ਵੈਬੀਨਾਰ ਨੂੰ ਅਸੀਂ ਸਫਲ ਕਰਨ ਦੇ ਵਿੱਚ ਕਾਮਯਾਬ ਹੋ ਸਕੇ ਹਾਂ। ਮੈਂ ਇੱਕ ਧੰਨਵਾਦ ਉਹਨਾਂ ਟੀਚਰ ਸਹਿਬਾਨਾਂ ਦਾ ਵੀ ਜ਼ਰੂਰ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ ਆਪਣੇ ਵਿਦਿਆਰਥੀਆਂ ਨੂੰ ਆਨਲਾਈਨ ਕੁਇਜ਼ ਅਤੇ ਡੈਕਲਾਮੇਸ਼ਨ ਕੰਟੈਸਟ ਦੀ ਤਿਆਰੀ ਕਰਵਾਈ, ਕਿਉਂਕਿ ਵਿਦਿਆਰਥੀ ਦੇ ਅੰਦਰ ਛੁਪੀ ਹੋਈ ਕਲਾ ਨੂੰ ਪਛਾਣ ਕੇ ਤੇ ਇੱਕ ਵਿਦਿਆਰਥੀ ਨੂੰ ਉਤਸ਼ਾਹਿਤ ਕਰਕੇ ਸਟੇਜ ਤੱਕ ਲੈ ਕੇ ਆਉਣਾ ਵੀ ਇੱਕ ਕਲਾ ਹੈ। ਤੋ ਇਸ ਕਰਕੇ ਉਹ ਟੀਚਰ ਸਹਿਬਾਨ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਆਪਣੇ ਕਾਲਜਸ ਦੇ ਵਿਦਿਆਰਥੀਆਂ ਨੂੰ ਆਨਲਾਈਨ ਕੁਇਜ਼ ਮੁਕਾਬਲੇ ਅਤੇ ਡੈਕਲਾਮੇਸ਼ਨ ਕੰਟੈਸਟ ਦੀ ਤਿਆਰੀ ਕਰਵਾ ਕੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਤੇ ਪ੍ਰੇਰਿਤ ਕੀਤਾ ਤੇ ਉਹਨਾਂ ਨੇ ਇਸ ਪ੍ਰਤੀਯੋਗਿਤਾ ਦੇ ਵਿੱਚ ਭਾਗ ਲਿਆ। ਮੈਡਮ ਜੈਦੀਪ, ਗੁਰਪ੍ਰੀਤ ਮੈਡਮ, ਹਰਪ੍ਰੀਤ ਸਰ ਤੇ ਅਸ਼ੋਕ ਸਰ ਜੀ ਦਾ ਵੀ ਬਹੁਤ-ਬਹੁਤ ਧੰਨਵਾਦ, ਜਿਨ੍ਹਾਂ ਨੇ ਪੂਰੀ ਸ਼ਿੱਦਤ ਨਾਲ ਸਾਰੇ ਪ੍ਰੋਗਰਾਮਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਦੇ ਵਿੱਚ ਆਪਣਾ ਯੋਗਦਾਨ ਦਿੱਤਾ। ਮੈਂ ਸਾਰੀ ਹੀ ਕਾਲਜ ਦੇ ਵੱਲੋਂ ਆਪਣੀ ਸਾਰੀ ਟੀਮ ਨੂੰ ਤੇ ਸਰ ਨੂੰ ਵਧਾਈ ਵੀ ਦਿੰਦੀ ਹਾਂ ਅਤੇ ਤਹਿ ਦਿਲੋਂ ਧੰਨਵਾਦ ਵੀ ਕਰਦੀ ਹਾਂ। ਸ਼ੁਕਰੀਆ।